वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी जुड़ चुके हो इस शाम की गुरमत क्लास विच, जिस विच आपां सतगुरां दी दया सदका धन गुरु अर्जन देव महाराज सच्चे पातशाह जी की पावन बाणी श्री सुखमनी साहिब दे संथिया सुखमनी साहिब दी ते विचार की आरंभता की है। सो कल आपां पहला सलोक ते 3 पौड़ियां जिहड़ियां पहली अष्टपदी दे विच हन, उन्हां दी आपां विचार अते संथिया कर चुके हैं। अज इत्थों चौथी पौड़ी इस पहली अष्टपदी की शुरू होने लगी है। सो आप सब संगत जुड़ चुके हो, सब का धन्नवाद। ते अज धन गुरु नानक देव महाराज सच्चे पातशाह जी का ज्योति जोत पुरब भी है। सतगुरां दे जीवन बारे भी आपां थोड़ी जी विचार करनी है। सब तो पहला आपां गुरबाणी की संथिया नाल जुड़ीए, फिर उपरंत रहिंदा समा जिहड़ा होएगा ਉਹਦੇ ਵਿੱਚ ਆਪਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਉਹਨਾਂ ਦੇ ਜੀਵਨ ਤੇ ਇੱਕ ਝਾਤ ਮਾਰਾਂਗੇ, ਤਾਂ ਕਿ ਸਾਨੂੰ ਉਹਨਾਂ ਦੇ ਜੀਵਨ ਤੋਂ ਕੋਈ ਸਿੱਖਿਆ ਪ੍ਰਾਪਤ ਹੋ ਸਕੇ। ਸੋ ਆਓ ਆਪਾਂ ਸਭ ਤੋਂ ਪਹਿਲਾਂ ਜੋ ਆਪ ਜੀ ਦੀ ਸਕਰੀਨ ਉੱਪਰ ਇਹ ਚੌਥੀ ਪੌੜੀ ਪਹਿਲੀ ਅਸ਼ਟਪਦੀ ਦੀ ਸ਼ੁਰੂ ਹੋਣ ਲੱਗੀ ਹੈ, ਸੋ ਆਪ ਸਭ ਨੇ ਧਿਆਨ ਦੇਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਹਿਲੀ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਵੀ ਨਾਮ ਦੀ ਹੀ ਮਹਾਨਤਾ ਦੱਸਦੇ ਹਨ। ਸਤਿਗੁਰੂ ਬਖਸ਼ਿਸ਼ ਕਰਦੇ ਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭੂ ਦਾ, ਪਰਮੇਸ਼ਰ ਦਾ ਸਿਮਰਨ ਸਭ ਤੋਂ ਉੱਚਾ ਹੈ। ਸਭ ਤੋਂ ਕਿਹਦੇ ਤੋਂ? ਜਿੰਨੇ ਵੀ ਸੰਸਾਰ ਤੇ ਕਰਮਕਾਂਡ, ਪੂਜਾ ਵਿਧੀਆਂ, ਜਿੰਨਾ ਵੀ ਕੁਛ ਹੈ, ਜਿੰਨੀਆਂ ਉਪਾਸਨਾ ਵਿਧੀਆਂ ਹਨ, ਜਿੰਨੇ ਵੀ ਕਰਮਕਾਂਡ ਹਨ, ਜਿੰਨੇ ਵੀ ਜਪ ਤਪ ਹਨ, ਉਹਨਾਂ ਸਭ ਤੋਂ ਉੱਚਾ ਹੈ ਪਰਮੇਸ਼ਰ ਦਾ ਸਿਮਰਨ। ਉਹਨਾਂ ਸਭ ਤੋਂ ਉੱਚਾ ਹੈ ਵਾਹਿਗੁਰੂ ਦਾ ਸਿਮਰਨ। ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਹਨੂੰ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਕਿਉਂਕਿ ਪਰਮੇਸ਼ਰ ਦਾ ਸਿਮਰਨ ਸਭ ਤੋਂ ਉੱਚਾ ਹੈ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਪਰਮੇਸ਼ਰ ਦੇ ਸਿਮਰਨ ਦੇ ਨਾਲ, ਪਰਮਾਤਮਾ ਦੇ ਸਿਮਰਨ ਦੇ ਨਾਲ ਉਦਰੇ ਮੂਚਾ, ਉਹ ਮਨੁੱਖ ਵੀ ਉਧਰ ਜਾਂਦੇ ਹਨ। ਉਹਨਾਂ ਦਾ ਵੀ ਉਧਾਰ ਹੁੰਦਾ ਹੈ। ਜਿਨ੍ਹਾਂ ਦਾ ਜੀਵਨ ਚੰਗਾ ਨਹੀਂ ਹੁੰਦਾ ਉਹ ਵੀ ਵਿਕਾਰਾਂ ਤੋਂ ਬਚ ਜਾਂਦੇ ਆ, ਉਹ ਵੀ ਚੰਗੇ ਜੀਵਨ ਵਾਲੇ ਬਣ ਜਾਂਦੇ ਆ। ਜਿਹੜੇ ਚੰਗੇ ਜੀਵਨ ਵਾਲੇ ਨਹੀਂ ਹੁੰਦੇ, ਜਿਹੜੇ ਸਿਮਰਦੇ ਆ, ਜਿਹੜੇ ਨਾਮ ਜਪਦੇ ਆ, ਜਿਹੜੇ ਸਿਮਰਦੇ ਆ ਪਰਮੇਸ਼ਰ ਨੂੰ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਉਹ ਮਨੁੱਖ ਵੀ ਉੱਚਾ ਹੋ ਜਾਂਦਾ ਹੈ। ਭਾਵ ਉਧਰ ਜਾਂਦਾ ਹੈ, ਉਹਦਾ ਜੀਵਨ ਵੀ ਚੰਗਾ ਬਣ ਜਾਂਦਾ ਹੈ। ਜਿਹੜਾ ਵਿਕਾਰਾਂ ਦੇ ਵਿੱਚ ਜਾਂਦਾ ਹੈ ਉਹ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਵਿਕਾਰ ਉਹਦੇ ਤੇ ਪ੍ਰਭਾਵ ਨਹੀਂ ਪਾਉਂਦੇ ਜਿਹੜੇ ਸਿਮਰਨ ਕਰਦਾ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਪਰਮੇਸ਼ਰ ਦੇ ਸਿਮਰਨ ਦੇ ਨਾਲ ਤ੍ਰਿਸ਼ਨਾ ਬੁਝਦੀ ਹੈ। ਵਿਕਾਰਾਂ ਦੀ ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ, ਜਿਹੜੀ ਮਨੁੱਖ ਨੂੰ ਹੋੜ ਲੱਗੀ ਹੈ ਨਾ, ਕਿਤੇ ਉਹ ਪ੍ਰਾਪਤ ਕਰ ਲਾਂ, ਕਿਤੇ ਉਹ ਪ੍ਰਾਪਤ ਕਰ ਲਾਂ, ਇਹ ਤ੍ਰਿਸ਼ਨਾ ਮਾਇਆ ਦੀ ਪ੍ਰਭੂ ਦੇ ਸਿਮਰਨ ਦੇ ਨਾਲ, ਪਰਮੇਸ਼ਰ ਦੇ ਸਿਮਰਨ ਦੇ ਨਾਲ ਖਤਮ ਹੁੰਦੀ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਬੁਝੈ ਨਹੀਂ ਪੜ੍ਹਨਾ ਵਾਹਿਗੁਰੂ, ਹਾਂਜੀ ਬੁਝੈ ਨਹੀਂ ਪੜ੍ਹਨਾ, ਬੁਝੈ ਪੜ੍ਹਨਾ। ਬੁਝੈ, ਬੁਝਣੀ। ਬੁਝੈ ਦਾ ਅਰਥ ਹੁੰਦਾ ਹੈ ਲੱਭਣਾ, ਤੇ ਬੁਝੈ ਦਾ ਅਰਥ ਹੁੰਦਾ ਹੈ ਖਤਮ ਹੋਣਾ। ਇਸ ਕਰਕੇ ਇਹਨੂੰ ਬੁਝੈ ਨਹੀਂ ਪੜ੍ਹਨਾ, ਬੁਝੈ ਪੜ੍ਹਨਾ। ਬੁਝੈ, ਬੁਝ ਜਾਂਦੀ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਬੁਝੈ ਪ੍ਰਭ ਕੈ ਸਿਮਰਨ ਸਭ ਕੀ ਸੁਝੈ। ਪਰਮੇਸ਼ਰ ਦੇ ਸਿਮਰਨ ਦੇ ਨਾਲ ਸਾਰੇ ਕੁਝ ਦੀ ਸੋਝੀ ਹੋ ਜਾਂਦੀ ਹੈ। ਭਾਵ ਮਨੁੱਖ ਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ। ਮਾਇਆ ਵੱਲੋਂ ਮਨੁੱਖ ਪਿੱਛੇ ਹਟ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮਾਇਆ ਦਾ ਪ੍ਰਭਾਵ ਕੈਸਾ ਹੈ ਤੇ ਮੈਂ ਇੱਥੇ ਸੰਸਾਰ ਤੇ ਕਰਨ ਕੀ ਆਇਆ। ਇਸ ਕਰਕੇ ਪ੍ਰਭ ਕੈ ਸਿਮਰਨ ਸਭ ਕੀ ਸੁਝੈ, ਉਹਨੂੰ ਸਾਰਾ ਕੁਝ ਸੋਝੀ ਆ ਜਾਂਦੀ ਹੈ। ਸੁਝੈ, ਇਹਦੇ ਉੱਤੇ ਅਧਿਕ ਲਾ ਕੇ ਪੜ੍ਹਨਾ। ਸੁਝੈ, ਸੁਝੈ ਨਹੀਂ ਪੜ੍ਹਨਾ, ਸੁਝੈ ਪੜ੍ਹਨਾ। ਸਾਰਾ ਕੁਝ ਸੁੱਝ ਜਾਂਦਾ, ਇਹਨੂੰ ਸਮਝ ਆ ਜਾਂਦਾ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਪਰਮੇਸ਼ਰ ਦੇ ਸਿਮਰਨ ਦੇ ਨਾਲ ਜਮਾਂ ਦੀ ਤਰਾਸ, ਤਰਾਸ ਦਾ ਅਰਥ ਹੁੰਦਾ ਹੈ ਡਰ, ਜਮਾਂ ਦੀ ਤਰਾਸ ਨਹੀਂ ਪੈਂਦੀ। ਜਮਾਂ ਦਾ ਡਰ ਖਤਮ ਹੋ ਜਾਂਦਾ ਮਨੁੱਖ ਦਾ। ਜਮ ਜਿਹੜੇ ਆ ਉਹ ਮਨੁੱਖ ਨੂੰ ਤੰਗ ਨਹੀਂ ਕਰਦੇ।
ਜਮਾਂ ਦੇ ਡਰ ਜਿਹੜੇ ਆ ਮਨੁੱਖ ਦੇ ਖਤਮ ਹੋ ਜਾਂਦੇ ਆ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ। ਪ੍ਰਭ ਕੈ ਸਿਮਰਨ ਪੂਰਨ ਆਸਾ, ਪਰਮੇਸ਼ਰ ਦੇ ਸਿਮਰਨ ਦੇ ਨਾਲ ਜਿਹੜੀ ਆਸਾ ਹੈ ਮਨੁੱਖ ਦੀ ਉਹ ਪੂਰੀ ਹੋ ਜਾਂਦੀ ਹੈ। ਜਿਹੜੀ ਮਨ 'ਚ ਆਸਾ ਹੁੰਦੀ ਹੈ ਉਹ ਸੰਪੂਰਨ ਹੋ ਜਾਂਦੀ ਹੈ। ਭਾਵ ਫਿਰ ਮਨੁੱਖ ਦਾ ਮਨ ਰੱਜ ਜਾਂਦਾ ਹੈ, ਫਿਰ ਉਹਦੀ ਕੋਈ ਆਸਾ ਹੀ ਨਹੀਂ ਰਹਿੰਦੀ, ਪੂਰੀਆਂ ਹੋ ਜਾਂਦੀਆਂ ਸਾਰੀਆਂ ਆਸਾਂ। ਪਰਮੇਸ਼ਰ ਦੇ ਸਿਮਰਨ ਦੇ ਨਾਲ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ। ਕਿਉਂਕਿ ਅਸੀਂ ਫਲ ਦੀ ਇੱਛਾ ਕਰਦੇ ਹਾਂ, ਫਿਰ ਜਦੋਂ ਮਨੁੱਖ ਸਿਮਰਨ ਕਰਦਾ ਹੈ ਤੇ ਘਰ ਰੋਖੀ ਲੱਗ ਜਾਂਦਾ ਹੈ। ਜਿਵੇਂ ਕੋਈ ਮਨੁੱਖ ਅੰਬਾਂ ਦੀ ਆਸ ਕਰੇ ਕਿ ਮੈਨੂੰ ਅੰਬ ਪ੍ਰਾਪਤ ਹੋ ਜਾਣ, ਤੇ ਜੇ ਉਹਦੇ ਘਰੇ ਰੋਖੀ ਉੱਗ ਜਾਵੇ ਅੰਬਾਂ ਦਾ, ਤੇ ਫਿਰ ਉਹਦੀਆਂ ਆਸਾਂ ਪੂਰੀਆਂ ਹੋਣਗੀਆਂ, ਫਿਰ ਉਹ ਭਾਵੇਂ ਜਿੰਨੇ ਮਰਜ਼ੀ ਅੰਬ ਤੋੜ ਕੇ ਖਾਈ ਜਾਵੇ। ਇਸ ਕਰਕੇ ਪਰਮੇਸ਼ਰ ਦਾ ਸਿਮਰਨ ਜਿਹੜਾ ਰੁੱਖ ਦੀ ਨਿਆਈ ਹੈ, ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਉਹਨੂੰ ਦਰ ਦਰ ਤੇ ਜਾ ਕੇ ਮੰਗਣ ਦੀ ਲੋੜ ਨਹੀਂ ਪੈਂਦੀ, ਉਹਦੀਆਂ ਸਾਰੀਆਂ ਆਸਾਂ ਪਰਮੇਸ਼ਰ ਪੂਰੀਆਂ ਕਰਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪਰਮੇਸ਼ਰ ਦੇ ਸਿਮਰਨ ਦੇ ਨਾਲ, ਵਾਹਿਗੁਰੂ ਦੇ ਸਿਮਰਨ ਦੇ ਨਾਲ ਮਨ ਦੀ ਮੈਲ ਖਤਮ ਹੁੰਦੀ ਹੈ। ਮਲ, ਮਲ ਪੜ੍ਹਨਾ, ਮਲ ਨਹੀਂ ਪੜ੍ਹਨਾ, ਅਦਕ ਨਹੀਂ ਲਾਉਣੀ। ਮਨ ਕੀ ਮਲ ਜਾਏ, ਖਤਮ ਹੋ ਜਾਂਦੀ ਹੈ ਮਨ ਦੀ ਮੈਲ, ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਹੈ ਪਰਮੇਸ਼ਰ ਦੀ ਸਿਮਰਨ ਦੇ ਨਾਲ। ਸਾਰੇ ਵਿਕਾਰ ਮਨੁੱਖ ਦੇ ਮਨ 'ਚੋਂ ਖਤਮ ਹੋ ਜਾਂਦੇ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਹੈ, ਸਿਮਰਨ ਦੇ ਨਾਲ ਹਿਰਦੇ 'ਚ ਵਸਦਾ ਹੈ। ਨਾਮ, ਇੱਕ ਨਾਮ ਅਸੀਂ ਸਿਮਰਦੇ ਹਾਂ, ਇੱਕ ਸਾਡੇ ਹਿਰਦੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਅੰਮ੍ਰਿਤ ਨਾਮ। ਉਹ ਜਦੋਂ ਮਨੁੱਖ ਬਾਹਰੋਂ ਨਾਮ ਸਿਮਰਦਾ ਹੈ ਤੇ ਉਹ ਫਿਰ ਅੰਦਰੋਂ ਹਿਰਦੇ 'ਚ ਨਾਮ ਪ੍ਰਗਟ ਹੁੰਦਾ ਹੈ। ਜਿਵੇਂ ਕਿਸੇ ਬੋਰ ਦੇ ਵਿੱਚ ਕਿਸੇ ਨਲਕਾ ਪਾਣੀ ਨਾ ਦਿੰਦਾ ਹੋਵੇ, ਉਹਦੇ ਵਿੱਚ ਬਾਹਰੋਂ ਪਾਣੀ ਪਾਉਣੇ ਨਾ ਆਪਾਂ, ਤੇ ਜਦੋਂ ਬਾਹਰੋਂ ਪਾਣੀ ਪਾਉਨੇ ਆ ਤੇ ਉਹ ਅੰਦਰੋਂ ਫਿਰ ਜਿਹੜਾ ਪਾਣੀ ਹੁੰਦਾ ਹੈ ਉਸ ਪਾਣੀ ਨੂੰ ਖਿੱਚ ਲਿਆਉਂਦਾ ਹੈ ਬਾਹਰ। ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਸਾਡੇ ਹਿਰਦੇ ਦੇ ਵਿੱਚ ਹੈ, ਜਦੋਂ ਅਸੀਂ ਬਾਹਰੋਂ ਸਿਮਰਦੇ ਹਾਂ ਉਹ ਫਿਰ ਅੰਦਰਲਾ ਜਿਹੜਾ ਪਰਮੇਸ਼ਰ ਦਾ ਨਾਮ ਉਹ ਪ੍ਰਗਟ ਹੋ ਜਾਂਦਾ ਹੈ, ਉਹ ਹਿਰਦੇ 'ਚ ਸਮਾ ਜਾਂਦਾ ਹੈ। ਫਿਰ ਮਨੁੱਖ ਸਵਾਸ ਸਵਾਸ ਸਿਮਰਨ ਕਰਨ ਲੱਗ ਜਾਂਦਾ, ਫਿਰ ਸਦੀਵੀ ਤੌਰ ਤੇ ਟਿਕ ਜਾਂਦਾ ਪਰਮੇਸ਼ਰ ਦੇ ਨਾਮ ਦੇ ਵਿੱਚ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਅੰਮ੍ਰਿਤ ਨਾਮ ਪ੍ਰਗਟ ਹੁੰਦਾ ਜੇ ਹਿਰਦੇ ਦੇ ਵਿੱਚ, ਸਮਾ ਜਾਂਦਾ ਹੈ ਪਰਮੇਸ਼ਰ ਦਾ ਨਾਮ ਉਹਦੇ ਮਨ 'ਚ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਪਰਮੇਸ਼ਰ ਜੋ ਹੈ ਉਹ ਸਾਧ ਕੀ ਰਸਨਾ, ਉਹ ਜਿਹੜਾ ਪਰਮੇਸ਼ਰ ਹੈ ਉਹ ਸਾਧ ਜਨਾਂ ਦੀ ਰਸਨਾ ਤੇ ਵਸਦਾ ਹੈ। ਭਾਵ ਜਿਹੜੇ ਜਪਣ ਵਾਲੇ ਹਨ ਉਹਨਾਂ ਦੇ ਜੀਵ ਤੇ ਪਰਮੇਸ਼ਰ ਦਾ ਵਾਸਾ ਹੈ, ਪਰਮੇਸ਼ਰ ਉਹਨਾਂ ਦੇ ਨਾਲ ਵਸਦਾ ਹੈ। ਜਿਹੜੇ ਸਾਧ ਹਨ, ਸਾਧ ਤੋਂ ਭਾਵ ਜਿਹੜੀ ਸਾਧ ਸੰਗਤ ਹੁੰਦੀ ਹੈ, ਜਿਹੜੇ ਸਾਧ ਜਨ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਜਿਹੜੇ ਸਵਾਸ ਸਵਾਸ ਗੁਰੂ ਗੁਰੂ ਜਪਦੇ ਆ, ਉਹਨਾਂ ਦੀ ਰਸਨਾ ਤੇ ਗੁਰੂ ਟਿਕ ਜਾਂਦਾ ਹੈ, ਉਹਨਾਂ ਦੀ ਰਸਨਾ ਤੇ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ, ਉਹਦੀ ਇਹਨਾਂ ਦੀ ਰਸਨਾ ਤੇ ਪਰਮੇਸ਼ਰ ਆਪ ਬੈਠਾ ਹੁੰਦਾ ਹੈ। ਨਾਨਕ ਜਨ ਕਾ ਦਾਸਨ ਦਸਨਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਨਾਨਕ ਜਨ ਕਾ ਦਾਸਨ ਦਸਨਾ, ਕਿ ਮੈਂ ਉਹਨਾਂ ਦੇ ਸੇਵਕਾਂ ਦਾ ਸੇਵਕ ਬਣ ਜਾਵਾਂ। ਨਾਨਕ ਜਨ ਕਾ, ਉਹਨਾਂ ਜਨਾਂ ਦਾ ਜਿਨ੍ਹਾਂ ਦੀ ਰਸਨਾ ਤੇ ਪਰਮੇਸ਼ਰ ਆਪ ਬੈਠਾ ਹੋਇਆ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਬਣ ਜਾਵਾਂ। ਇੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਨੇ ਕਹੀ ਹੈ ਜਿਹੜੇ ਜਪਦੇ ਹਨ ਉਹਨਾਂ ਦੇ ਬਾਰੇ, ਕਿ ਮੈਂ ਜਿਹੜੇ ਜਪਦੇ ਹਨ ਉਹਨਾਂ ਦੇ ਦਾਸਾਂ ਦਾ ਦਾਸ ਹੋ ਜਾ। ਐਸਾ ਹੈ ਪਰਮੇਸ਼ਰ ਦਾ ਨਾਮ, ਜਪਣ ਵਾਲੇ ਦੀ ਇੰਨੀ ਵਡਿਆਈ ਹੈ। ਪ੍ਰਭ ਕਉ ਸਿਮਰਹਿ ਸੇ ਧਨਵੰਤੇ, ਹੁਣ ਪਰਮੇਸ਼ਰ ਦੇ ਸਿਮਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ, ਕਿਹੋ ਜਿਹੀਆਂ ਪਦਵੀਆਂ ਹਨ। ਜਿਹੜੇ ਪਰਮੇਸ਼ਰ ਦਾ ਨਾਮ ਸਿਮਰਦੇ ਉਹ ਧਨਵੰਤ ਹਨ, ਧਨਾੜ ਹਨ, ਉਹਨਾਂ ਦੇ ਕੋਲੋਂ ਨਾਮ ਰੂਪੀ ਧਨ ਹੈ ਜਿਹੜਾ ਕਦੀ ਵੀ ਨਾਸ਼ ਨਹੀਂ ਹੁੰਦਾ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਉਹ ਧਨਵੰਤ ਹੋ ਜਾਂਦੇ ਆ, ਉਹਨਾਂ ਦੇ ਕੋਲ ਨਾਮ ਰੂਪੀ ਧਨ ਹੋ ਜਾਂਦਾ ਹੈ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਉਹ ਧਨਾੜ ਹਨ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੈ। ਪ੍ਰਭ ਕਉ ਸਿਮਰਹਿ ਸੇ ਪਤਵੰਤੇ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਉਹ ਪਤਵੰਤੇ ਭਾਵ ਇੱਜ਼ਤ ਵਾਲੇ ਹਨ। ਉਹਨਾਂ ਦੀ ਹਰ ਜਗ੍ਹਾ ਦੇ ਉੱਤੇ ਇੱਜ਼ਤ ਹੁੰਦੀ ਹੈ, ਸੰਸਾਰ 'ਚ ਵੀ ਤੇ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਇੱਜ਼ਤ ਹੁੰਦੀ ਹੈ। ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪਤਵੰਤੇ ਭਾਵ ਇੱਜ਼ਤ ਵਾਲੇ ਹੋ ਜਾਂਦੇ ਆ ਜਿਹੜੇ ਪਰਮੇਸ਼ਰ ਦਾ ਨਾਮ ਸਿਮਰਦੇ। ਪ੍ਰਭ ਕਉ ਸਿਮਰਹਿ
ਸੇ ਜਨ ਪਰਵਾਨ। ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਉਹ ਪ੍ਰਵਾਨ ਹੋ ਜਾਂਦੇ ਦਰਗਾਹ ਦੇ ਵਿੱਚ। ਜੋ ਪੰਜ ਪ੍ਰਵਾਨ, ਪੰਜ ਪ੍ਰਧਾਨ ਹੈ ਨਾ, ਉਹਨਾਂ ਦੀ ਗੱਲ ਕਿ ਉਹ ਪ੍ਰਵਾਨ ਹੋ ਜਾਂਦੇ ਆ। ਉਹ ਮਨੁੱਖ ਪਰਮੇਸ਼ਰ ਦੇ ਹਜ਼ੂਰ ਖੜ ਜਾਂਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਪ੍ਰਭੂ ਦਾ ਸਿਮਰਨ ਬਖਸ਼ਦਾ, ਜਿਨ੍ਹਾਂ ਨੂੰ ਪਰਮੇਸ਼ਰ ਦਾ ਸਿਮਰਨ ਬਖਸ਼ਿਸ਼ ਹੁੰਦਾ। ਪ੍ਰਭ ਕੋ ਸਿਮਰੈ ਹੈ ਸੇ ਜਨ ਪ੍ਰਵਾਨ। ਉਹ ਪ੍ਰਵਾਨ ਹੋ ਜਾਂਦੇ ਪਰਮੇਸ਼ਰ ਦੇ ਦਰ ਤੇ। ਪ੍ਰਭ ਕਉ ਸਿਮਰੈ ਹੈ ਸੇ ਪੁਰਖ ਪ੍ਰਧਾਨ। ਜਿਹੜੇ ਪ੍ਰਭੂ ਨੂੰ ਸਿਮਰਦੇ ਆ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ, ਉਹ ਪ੍ਰਧਾਨ ਪੁਰਖ ਹਨ। ਪ੍ਰਧਾਨ ਭਾਵ ਸ੍ਰੇਸ਼ਟ ਪੁਰਖ ਹਨ, ਮਹਾਨ ਹਨ ਉਹ ਮਨੁੱਖ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਸਭ ਤੋਂ ਚੰਗੇ ਉੱਤਮ ਪੁਰਖ ਹਨ ਉਹ, ਕਿਉਂਕਿ ਉਹਨਾਂ ਦਾ ਜੀਵਨ ਚੰਗਾ ਹੁੰਦਾ ਹੈ, ਚੜ੍ਹਦੀ ਕਲਾ ਵਾਲਾ ਜੀਵਨ ਹੁੰਦਾ। ਇਸ ਕਰਕੇ ਉਹ ਪ੍ਰਧਾਨ ਪੁਰਖ ਹਨ। ਹਰ ਕੋਈ ਕਹਿੰਦਾ ਹੈ ਕਿ ਅਸੀਂ ਉਹਨਾਂ ਦੀ ਗਵਾਹੀ 'ਚ ਚੱਲੀਏ, ਅਸੀਂ ਉਹਨਾਂ ਦੇ ਹੇਠਾਂ ਚੱਲੀਏ, ਉਹਨਾਂ ਦੇ ਨਾਲ ਰਲ ਕੇ ਚੱਲੀਏ। ਸਤਿਗੁਰ ਕਹਿੰਦੇ ਉਹ ਮਨੁੱਖ ਪ੍ਰਧਾਨ ਹੋ ਜਾਂਦੇ ਆ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਪ੍ਰਭ ਕਉ ਸਿਮਰੈ ਹੈ ਸੇ ਬੇਮੁਹਤਾਜੇ। ਪ੍ਰਭ ਕਉ ਸਿਮਰੈ ਹੈ ਸੇ ਬੇਮੁਹਤਾਜੇ। ਉਹ ਮਨੁੱਖ ਮੁਹਤਾਜ ਨਹੀਂ ਰਹਿੰਦੇ ਕਿਸੇ ਦੇ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ, ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਆ, ਜਿਹੜੇ ਉਹਨੂੰ ਸਿਮਰਦੇ ਆ, ਉਹ ਬੇਪਰਵਾਹ ਹੋ ਜਾਂਦੇ ਆ। ਉਹ ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ, ਉਹ ਕਿਸੇ ਮਨੁੱਖ ਤੋਂ ਕੋਲੋਂ ਨਹੀਂ ਮੰਗਦੇ, ਉਹ ਸਿਰਫ ਪਰਮੇਸ਼ਰ ਕੋਲੋਂ ਮੰਗਦੇ ਆ। ਉਹ ਜਿਹੋ ਜਿਹਾ ਪਰਮੇਸ਼ਰ ਨੇ ਦਿੱਤਾ ਉਹ ਜਿਹਾ ਖਾ ਕੇ ਉਹਦੀ ਰਜਾ 'ਚ ਰਾਜੀ ਰਹਿੰਦੇ ਆ, ਕਿਸੇ ਦੂਸਰੇ ਦੇ ਅੱਗੇ ਹੱਥ ਨਹੀਂ ਫੈਲਾਉਂਦੇ। ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੀ। ਉਹ ਮਨੁੱਖ ਬੇਮੁਹਤਾਜ ਹੋ ਜਾਂਦੇ, ਕਿਸੇ ਦੇ ਮੁਹਤਾਜ ਨਹੀਂ ਰਹਿੰਦੇ, ਬੇਪਰਵਾਹ ਹੋ ਜਾਂਦੇ ਉਹ ਮਨੁੱਖ ਜਿਹੜੇ ਪ੍ਰਭੂ ਨੂੰ ਸਿਮਰਦੇ ਆ। ਪ੍ਰਭ ਕੋ ਸਿਮਰੈ ਹੈ ਸੇ ਸਰਬ ਕੇ ਰਾਜੇ। ਤੇ ਜਿਹੜੇ ਪ੍ਰਭੂ ਨੂੰ ਸਿਮਰਦੇ ਉਹ ਸਾਰਿਆਂ ਦੇ ਰਾਜੇ ਬਣ ਜਾਂਦੇ ਆ। ਸਰਬ ਕੇ ਰਾਜੇ, ਉਹ ਸਾਰਿਆਂ ਦੇ ਰਾਜੇ, ਉਹਨਾਂ ਨੂੰ ਬਾਦਸ਼ਾਹਾਂ ਦੀ ਪਦਵੀ ਪ੍ਰਾਪਤ ਹੁੰਦੀ ਹੈ ਜਿਹੜੇ ਪ੍ਰਭੂ ਨੂੰ ਸਿਮਰਦੇ ਆ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਉਹ ਸਾਰਿਆਂ ਦੇ ਰਾਜੇ ਬਣਦੇ ਆ, ਭਾਵ ਸਭ ਦੇ ਬਾਦਸ਼ਾਹ ਹਨ। ਉਹ ਸਾਰਿਆਂ ਦੇ ਕਿਸੇ ਦੇ ਮੁਹਤਾਜ ਨਹੀਂ, ਉਹ ਸਾਰਿਆਂ ਦੇ ਬਾਦਸ਼ਾਹ ਰਾਜੇ ਬਣ ਜਾਂਦੇ ਆ। ਪ੍ਰਭ ਕੋ ਸਿਮਰੈ ਹੈ ਸੇ ਸੁਖ ਵਾਸੀ। ਦੋ ਪੰਕਤੀਆਂ ਦੇ ਵਿੱਚ ਸੱਸੇ ਨੂੰ ਸਿਹਾਰੀ ਕਰਕੇ ਸੇ ਆਇਆ ਹੈ, ਇੱਥੋਂ ਵੀ ਫੇਰ ਅੱਗੇ ਸੇ ਲਾਂ ਦੇ ਨਾਲ ਆਇਆ ਹੈ। ਅਰਥ ਇੱਕ ਹੀ ਹੈ, ਪਰ ਪੜ੍ਹਨਾ ਸੇ ਔਰ ਸੇ ਹੈ, ਇਹਦਾ ਫਰਕ ਥੋੜਾ ਜਿਹਾ ਰੱਖਣਾ। ਇਹ ਤਾਂ ਸਤਿਗੁਰਾਂ ਨੇ ਵਰਤਿਆ ਹੁੰਦਾ ਕਿ ਜਿਹੜਾ ਸਿੱਖ ਹੈ ਉਹ ਪੜ੍ਹਦਾ ਪੜ੍ਹਦਾ ਇਹ ਨਾ ਹੋਵੇ ਕਿ ਗੁਰਬਾਣੀ ਦੇ ਵਿੱਚੋਂ ਨਿਕਲ ਜਾਵੇ। ਉਹ ਧਿਆਨ ਰੱਖੇ ਕਿ ਮੈਂ ਪੜ੍ਹਨਾ ਕਿਵੇਂ ਹੈ, ਧਿਆਨ ਦੇ ਨਾਲ ਬਾਣੀ ਪੜ੍ਹੇ। ਤਾਂ ਕਰਕੇ ਸਤਿਗੁਰਾਂ ਨੇ ਥੋੜਾ ਜਿਹਾ ਫਰਕ ਦਿੱਤਾ ਹੁੰਦਾ ਹੈ ਕਿ ਸਿੱਖ ਦਾ ਧਿਆਨ ਨਾ ਕਿਤੇ ਹੋਰ ਪਾਸੇ ਚਲਾ ਜਾਵੇ। ਪ੍ਰਭ ਕਉ ਸਿਮਰੈ ਹੈ ਸੇ ਸੁਖ ਵਾਸੀ। ਉਹ ਮਨੁੱਖ ਸੁਖ ਵਾਸੀ ਹਨ, ਸੁਖੀ ਵਸਦੇ ਹਨ, ਜਿਹੜੇ ਪਰਮੇਸ਼ਰ ਦਾ ਨਾਮ ਸਿਮਰਦੇ ਆ, ਜਿਹੜੇ ਪ੍ਰਭੂ ਨੂੰ ਸਿਮਰਦੇ ਆ। ਪ੍ਰਭ ਕਉ ਸਿਮਰੈ ਹੈ ਸਦਾ ਅਬਿਨਾਸੀ। ਉਹ ਮਨੁੱਖ ਜਿਹੜੇ ਪ੍ਰਭੂ ਨੂੰ ਸਿਮਰਦੇ ਆ ਉਹ ਅਬਿਨਾਸੀ ਹੋ ਜਾਂਦੇ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਉਹਨਾਂ ਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ, ਅਬਿਨਾਸੀ ਸਰੂਪ ਹੋ ਜਾਂਦੇ ਆ ਉਹ। ਪ੍ਰਭ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਸਤਿਗੁਰ ਕਹਿੰਦੇ ਸਿਮਰਨ ਦੇ ਵਿੱਚ ਸਿਰਫ ਉਹੀ ਲੱਗਦੇ ਆ ਮਨੁੱਖ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਆਪ ਦਇਆ ਕਰਦਾ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪ ਦਇਆ ਕਰਦਾ। ਸਿਮਰਨ ਤੇ ਲਾਗੇ ਉਹ ਮਨੁੱਖ ਸਿਮਰਨ 'ਚ ਲੱਗਦੇ ਹਨ ਜਿਨ ਆਪ ਦਇਆਲਾ, ਜਿਨ੍ਹਾਂ ਦੇ ਉੱਤੇ ਵਿਸ਼ੇਸ਼ ਪ੍ਰਭੂ ਦੀ ਕਿਰਪਾ ਹੁੰਦੀ ਆ, ਵਿਸ਼ੇਸ਼ ਤੌਰ ਤੇ ਜਿਨ੍ਹਾਂ ਤੇ ਦਇਆ ਹੁੰਦੀ ਆ। ਨਾਨਕ ਜਨ ਕੀ ਮੰਗੈ ਰਵਾਲਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਮੈਂ ਉਹਨਾਂ ਸਿੱਖਾਂ ਦੀ ਜਿਹੜੇ ਜਪਦੇ ਹਨ, ਸਿਮਰਦੇ ਹਨ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਦਇਆ ਹੈ, ਜਿਹੜੇ ਦਇਆ ਦੇ ਨਾਲ ਸਿਮਰਨ ਤੇ ਲੱਗੇ ਆ, ਮੈਂ ਉਹਨਾਂ ਦੀ ਚਰਨਾਂ ਦੀ ਧੂੜ ਮੰਗਦਾ ਹਾਂ। ਰਵਾਲਾ ਦਾ ਅਰਥ ਹੁੰਦਾ ਚਰਨ ਧੂੜ। ਮੈਂ ਉਹਨਾਂ ਦੀ ਚਰਨ ਧੂੜ ਮੰਗਦਾ ਹਾਂ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਪ੍ਰਭ ਕਉ ਸਿਮਰੈ ਹੈ ਸੇ ਪਰ ਉਪਕਾਰੀ। ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਉਹਨਾਂ ਦਾ ਜੀਵਨ ਪਰਉਪਕਾਰੀ ਹੋ ਜਾਂਦਾ ਹੈ, ਉਹ ਪਰਉਪਕਾਰ ਕਮਾਉਂਦੇ ਆ ਸੰਸਾਰ ਦੇ ਵਿੱਚ। ਪ੍ਰਭ ਕਉ ਸਿਮਰੈ ਹੈ ਤਿਨ ਸਦ ਬਲਿਹਾਰੀ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰਨੇ ਜਾਣਾ ਜਿਹੜੇ ਪ੍ਰਭੂ ਨੂੰ ਸਿਮਰਦੇ ਆ। ਸਦ ਇੱਕ ਵਾਰੀ ਨਹੀਂ, ਸਦਾ ਹੀ ਉਹਨਾਂ ਤੋਂ ਬਲਿਹਾਰਨੇ ਜਾਣਾ ਹੈ, ਜਿਹੜੇ ਸਦਾ ਹੀ ਪਰਮੇਸ਼ਰ ਨੂੰ ਸਿਮਰਦੇ ਰਹਿੰਦੇ ਆ, ਜਿਹੜੇ ਉਹਨੂੰ ਯਾਦ ਕਰਦੇ ਰਹਿੰਦੇ ਆ। ਪ੍ਰਭ ਕਉ ਸਿਮਰੈ ਹੈ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰੈ ਹੈ ਸੇ ਮੁਖ ਸੁਹਾਵੇ। ਜਿਹੜੇ ਪਰਮੇਸ਼ਰ ਨੂੰ ਸਿਮਰਦੇ ਹਨ ਉਹਨਾਂ ਦੇ ਮੁਖ ਸੋਹਣੇ ਹੋ ਜਾਂਦੇ ਆ, ਉਹ ਸੋਹਣੇ ਜੀਵਨ ਵਾਲੇ ਹੋ ਜਾਂਦੇ ਆ, ਉਹਨਾਂ ਦਾ ਮੁਖੜਾ ਸੋਹਣਾ ਹੋ ਜਾਂਦਾ ਹੈ। ਹਰ ਕੋਈ ਉਹਨਾਂ ਦੀ ਵਡਿਆਈ ਕਰਦਾ ਹੈ
ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਸੇ ਮੁਖ ਸੁਹਾਵੇ, ਜਦੋਂ ਵਿਕਾਰ ਕੋਈ ਨਹੀਂ ਰਹਿ ਜਾਂਦਾ, ਜਦੋਂ ਜੀਵਨ ਪਰਉਪਕਾਰੀ ਹੋ ਜਾਂਦਾ ਹੈ, ਫਿਰ ਮਨੁੱਖ ਦੇ ਸਾਰਿਆਂ ਨੂੰ ਸੋਹਣਾ ਲੱਗਣਾ ਸ਼ੁਰੂ ਹੋ ਜਾਂਦਾ। ਜਦੋਂ ਮਨ 'ਚ ਕੋਈ ਦਵੈਸ਼ ਨਹੀਂ, ਕੋਈ ਘਿਰਨਾ ਨਹੀਂ ਕਿਸੇ ਨਾਲ, ਸਾਰਿਆਂ ਨਾਲ ਪਿਆਰ ਨਾਲ ਬੋਲਣਾ ਹੈ, ਫਿਰ ਤੇ ਹਰ ਕਿਸੇ ਨੂੰ ਉਹ ਮਨੁੱਖ ਸੋਹਣਾ ਲੱਗਦਾ ਹੈ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਫਿਰ ਉਹ ਉਸ ਮਨੁੱਖ ਦਾ ਮੁਖ ਸੁਹਾਵਾ ਹੋ ਜਾਂਦਾ ਹੈ, ਸੋਹਣਾ ਹੋ ਜਾਂਦਾ ਹੈ, ਜਿਹੜਾ ਪਰਮੇਸ਼ਰ ਨੂੰ ਸਿਮਰਦਾ। ਪ੍ਰਭ ਕੋ ਸਿਮਰੈ ਹੈ ਤਿਨ ਸੂਖ ਬਿਹਾਵੈ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਹਨ ਉਹਨਾਂ ਦਾ ਜੀਵਨ, ਉਹਨਾਂ ਦੀ ਲਾਈਫ, ਉਹਨਾਂ ਦੀ ਜ਼ਿੰਦਗੀ ਸੁਖੀ ਹੋ ਜਾਂਦੀ ਹੈ, ਉਹਨਾਂ ਦੀ ਉਮਰ ਸੁਖੀ ਹੋ ਜਾਂਦੀ ਹੈ। ਬਿਹਾਵੈ ਬੀਤਦੀ ਹੈ, ਸੁਖੀ ਬੀਤਦੀ ਹੈ ਉਹਨਾਂ ਦੀ ਉਮਰ, ਜਿਹੜੇ ਮਨੁੱਖ ਪਰਮੇਸ਼ਰ ਨੂੰ ਸਿਮਰਦੇ ਆ। ਬਿਹਾਵੇ ਦਾ ਅਰਥ ਹੁੰਦਾ ਬੀਤਣਾ, ਗੁਜ਼ਰਨਾ। ਜਿਹੜੇ ਮਨੁੱਖ ਪਰਮੇਸ਼ਰ ਨੂੰ ਸਿਮਰਦੇ ਆ, ਤਿੰਨ ਸੂਖ ਬਿਹਾਵੈ, ਉਹਨਾਂ ਦੀ ਜ਼ਿੰਦਗੀ ਜਿਹੜੀ ਸੁਖਮਈ ਹੋ ਜਾਂਦੀ ਆ, ਸੁੱਖਾਂ ਦੇ ਨਾਲ ਬੀਤਦੀ ਆ। ਪ੍ਰਭ ਕਉ ਸਿਮਰੈ ਹੈ ਤਿਨ ਆਤਮ ਜੀਤਾ, ਸਤਿਗੁਰ ਕਹਿੰਦੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਆ ਭਾਈ ਸਿੱਖੋ, ਉਹ ਆਤਮ ਜੀਤਾ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਆ, ਆਪਣੇ ਇੰਦਰੀਆਂ ਨੂੰ ਜਿੱਤ ਲੈਂਦੇ ਆ, ਆਪਣੇ ਆਪ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਆ, ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਆ। ਆਤਮ ਜੀਤ ਭਾਵ ਆਪਣੇ ਆਪੇ ਨੂੰ ਜਿੱਤ ਲੈਂਦੇ ਆ ਜਿਹੜੇ ਮਨੁੱਖ ਪਰਮੇਸ਼ਰ ਦਾ ਸਿਮਰਨ ਕਰਦੇ। ਪ੍ਰਭ ਕੋ ਸਿਮਰੈ ਹੈ ਤਿਨ ਨਿਰਮਲ ਰੀਤਾ, ਜਿਹੜੇ ਪ੍ਰਭੂ ਨੂੰ ਸਿਮਰਦੇ ਆ ਉਹਨਾਂ ਦੀ ਰੀਤ ਹੁੰਦਾ ਹੈ ਕਾਰ ਵਿਹਾਰ, ਕੰਮਕਾਰ ਨਿਰਮਲ ਹੋ ਜਾਂਦੇ ਆ। ਉਹ ਫਿਰ ਠੱਗੀ ਠੋਰੀ ਨਹੀਂ ਕਿਸੇ ਨਾਲ ਕਰਦੇ, ਉਹ ਹਰ ਕਿਸੇ ਨਾਲ ਪਿਆਰ ਦੇ ਨਾਲ ਗੱਲ ਕਰਦੇ ਆ, ਹਰ ਕਾਰਜ ਦੇ ਵਿੱਚ ਪਰਮੇਸ਼ਰ ਨੂੰ ਰੱਖਦੇ ਆ। ਉਹਨਾਂ ਦੀ ਰਹਿਣੀ ਜਿਹੜੀ ਹੈ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਉਹ ਸਦਾ ਹੀ ਆਪਣਾ ਜੀਵਨ ਨਿਰਮਲਤਾਈ ਨਾਲ ਬਤੀਤ ਕਰਦੇ ਆ। ਉਹ ਕਿਸੇ ਨਾਲ ਧੋਖਾ ਨਹੀਂ ਕਰਦੇ, ਸਾਰਿਆਂ ਦੇ ਨਾਲ ਉਹ ਇਮਾਨਦਾਰੀ ਨਾਲ ਵਰਤਦੇ ਆ। ਐਸੀ ਉਹਨਾਂ ਦੇ ਜੀਵਨ ਦੀ ਰੀਤ ਹੋ ਜਾਂਦੀ ਹੈ। ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਹੈ ਤਿਨ ਆਨੰਦ ਘਨੇਰੇ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਉਹਨਾਂ ਨੂੰ ਘਣੀਆਂ ਖੁਸ਼ੀਆਂ, ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਹੜੇ ਪਰਮੇਸ਼ਰ ਨੂੰ ਸਿਮਰਦੇ ਸਦਾ ਆਨੰਦ 'ਚ ਵਿਚਰਦੇ ਆ। ਤਿਨ ਆਨੰਦ ਘਨੇਰੇ, ਘਨੇਰੇ ਦਾ ਅਰਥ ਬਹੁਤ ਜ਼ਿਆਦਾ ਆਨੰਦ ਉਹਨਾਂ ਨੂੰ ਮਿਲਦਾ ਹੈ। ਆਨੰਦ ਘਨੇਰੇ, ਘਨੇਰਾ ਆਨੰਦ ਉਹਨਾਂ ਨੂੰ ਮਿਲਦਾ ਹੈ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕਉ ਸਿਮਰੈ ਹੈ ਬਸਹਿ ਹਰਿ ਨੇਰੇ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਉਹ ਪ੍ਰਭੂ ਦੀ ਹਜ਼ੂਰੀ 'ਚ ਵਸਦੇ ਆ। ਉਹ ਸਦਾ ਹੀ ਜਾਣ ਲੈਂਦੇ ਕਿ ਪਰਮੇਸ਼ਰ ਸਾਡੇ ਅੰਗ ਸੰਗ ਹੈ, ਅਸੀਂ ਉਹਦੀ ਹਜ਼ੂਰੀ 'ਚ ਵਸ ਰਹੇ ਹਾਂ। ਉਹ ਸਦਾ ਹੀ ਪਰਮੇਸ਼ਰ ਦੀ ਹਜ਼ੂਰ ਰਹਿੰਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਹਰ ਕੰਮ ਦੇ ਵਿੱਚ ਸਾਨੂੰ ਦੇਖ ਰਿਹਾ ਹੈ, ਉਹ ਸਾਡੇ ਨੇੜੇ ਹੈ, ਸਾਡੇ ਨੇੜੇ ਹੋ ਕੇ ਸਾਨੂੰ ਦੇਖ ਰਿਹਾ। ਇਸ ਕਰਕੇ ਵਿਕਾਰ ਨਹੀਂ ਕਮਾਉਂਦੇ ਉਹ, ਇਸ ਕਰਕੇ ਉਹ ਕਿਸੇ ਮੰਦੇ ਕਰਮ ਨੂੰ ਨਹੀਂ ਕਰਦੇ, ਸਦਾ ਹੀ ਪਰਮੇਸ਼ਰ ਨੂੰ ਨੇੜੇ ਜਾਣਦੇ ਆ। ਪ੍ਰਭ ਕੋ ਸਿਮਰੈ ਬਸੈ ਹਰਿ ਨੇੜੇ, ਉਹ ਸਿਮਰਦੇ ਆ ਕਿ ਪਰਮੇਸ਼ਰ ਸਾਨੂੰ ਨੇੜੇ ਲੱਗਣ ਲੱਗ ਜਾਵੇ, ਤੇ ਪਰਮੇਸ਼ਰ ਉਹਨਾਂ ਨੂੰ ਨੇੜੇ ਦਿਖਦਾ ਹੈ ਜਿਹੜੇ ਪਰਮੇਸ਼ਰ ਦਾ ਨਾਮ ਸਿਮਰਦੇ ਆ। ਸੰਤ ਕਿਰਪਾ ਤੇ ਅਨ ਦਿਨ ਜਾਗ, ਸਤਿਗੁਰ ਕਹਿੰਦੇ ਫਿਰ ਉਹ ਮਨੁੱਖ ਜਿਹੜੇ ਸਿਮਰਦੇ ਆ ਸੰਤ ਕਿਰਪਾ ਤੇ ਅਨ ਦਿਨ ਜਾਗ, ਭਾਵ ਉਹ ਮਨੁੱਖ ਅਨ ਦਿਨ ਜਾਗ ਪੈਂਦੇ ਆ ਸੰਤਾਂ ਦੀ ਕਿਰਪਾ ਦੇ ਨਾਲ, ਭਾਵ ਸਤ ਸੰਗਤ ਦੀ ਕਿਰਪਾ ਦੇ ਨਾਲ ਨਾਮ ਦੀ ਚਿਟਕ ਲੱਗਦੀ ਆ। ਤੇ ਜਦੋਂ ਸਤ ਸੰਗਤ ਦੀ ਕਿਰਪਾ ਹੁੰਦੀ ਆ ਫਿਰ ਅਣ ਦਿਨ ਜਾਗ, ਉਹ ਵਿਕਾਰਾਂ ਵੱਲੋਂ ਜਾਗ ਜਾਂਦੇ ਆ, ਵਿਕਾਰਾਂ ਦੇ ਵਿੱਚ ਨਹੀਂ ਜਾਂਦੇ। ਅਣ ਦਿਨ ਹਰ ਰੋਜ਼ ਦਿਨ ਰਾਤ ਉਹ ਵਿਕਾਰ ਨਹੀਂ ਕਮਾਉਂਦੇ, ਉਹ ਮਾਇਆ ਦੀ ਤ੍ਰਿਸ਼ਨਾ 'ਚ ਨਹੀਂ ਭੱਜਦੇ, ਉਹ ਸਿਰਫ ਪਰਮੇਸ਼ਰ ਨੂੰ ਯਾਦ ਕਰਦੇ ਆ। ਸੰਤ ਕਿਰਪਾ ਤੇ ਅਣ ਦਿਨ ਜਾਗ, ਸਦਾ ਹੀ ਜਾਗ ਪੈਂਦੇ ਮਾਇਆ ਵੱਲੋਂ। ਉਹ ਜਦੋਂ ਮਨ ਨੂੰ ਕੋਈ ਵਿਕਾਰ ਢਾਉਣ ਲੱਗਦਾ ਉਸੇ ਵੇਲੇ ਸਮਝ ਜਾਂਦੇ ਕਿ ਮਨ ਦੇ ਵਿੱਚ ਵਿਕਾਰ ਆਉਂਦਾ ਪਿਆ ਹੈ, ਫਿਰ ਉਸੇ ਵੇਲੇ ਪਰਮੇਸ਼ਰ ਨੂੰ ਸਿਮਰਨਾ ਸ਼ੁਰੂ ਕਰ ਦਿੰਦੇ ਆ। ਇਹ ਕਿਰਪਾ ਕਿੱਥੋਂ ਪ੍ਰਾਪਤ ਹੁੰਦੀ? ਸੰਤ ਕਿਰਪਾ ਤੇ ਅਨ ਦਿਨ ਜਾਗ। ਇਹ ਪਰਮਾਤਮਾ ਦੀ ਕਿਰਪਾ ਜਿਹੜੀ ਹੈ ਇਹ ਸੰਤਾਂ ਦੇ ਪਾਸੋਂ, ਭਾਵ ਸਤ ਸੰਗਤ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਉੱਚੇ ਸੁੱਚੇ ਜੀਵਨ ਵਾਲਿਆਂ ਦੇ ਕੋਲੋਂ ਇਹ ਕਿਰਪਾ ਪ੍ਰਾਪਤ ਹੁੰਦੀ ਹੈ। ਨਾਨਕ ਸਿਮਰਨ ਪੂਰੈ ਭਾਗ, ਸਤਿਗੁਰੂ ਕਹਿੰਦੇ ਆ ਕਿ ਸਿਮਰਨ ਦੇ ਨਾਲ ਉਹਨਾਂ ਮਨੁੱਖਾਂ ਦੀ ਕਿਸਮਤ ਜਿਹੜੀ ਆ ਉਹ ਵੱਡੀ ਹੋ ਜਾਂਦੀ ਹੈ। ਉਹਨਾਂ ਦੇ ਪੂਰੇ ਭਾਗ, ਭਾਵ ਉਹਨਾਂ ਦੀ ਕਿਸਮਤ ਚੰਗੀ ਹੋ ਜਾਂਦੀ ਆ, ਉਹਨਾਂ ਦੇ ਭਾਗ ਨਿਰਮਲ ਹੋ ਜਾਂਦੇ ਆ, ਪਵਿੱਤਰ ਹੋ ਜਾਂਦੇ ਆ, ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਆ, ਪੂਰੇ ਭਾਗਾਂ ਵਾਲੇ ਹੋ ਜਾਂਦੇ ਆ ਜਿਹੜੇ ਪਰਮੇਸ਼ਰ ਹਰੀ ਨੂੰ ਸਿਮਰਦੇ ਆ, ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਆ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਸਤਿਗੁਰ ਕਹਿੰਦੇ ਪ੍ਰਭੂ ਦੇ ਸਿਮਰਨ ਦੇ ਨਾਲ ਭਾਈ ਸਿੱਖਾ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ ਜੇ ਉਸ ਪਰਮੇਸ਼ਰ ਨੂੰ ਸਿਮਰੇਗਾ। ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪਰਮੇਸ਼ਰ ਦੇ ਸਿਮਰਨ ਦੇ ਨਾਲ
ਮਨੁੱਖ ਨੂੰ ਚਿੰਤਾ ਨਹੀਂ ਵਿਆਪਦੀ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਉਹਦੇ ਲਾਗੇ ਆਉਂਦੀ। ਸਾਰੀਆਂ ਚਿੰਤਾਵਾਂ ਉਹਦੀਆਂ ਖਤਮ ਹੋ ਜਾਂਦੀਆਂ। ਝੂਰੇ ਦਾ ਅਰਥ ਝੁਰਦਾ ਹੈ, ਝੁਰਨਾ, ਚਿੰਤਾ ਕਰਨੀ। ਕਬਹੂ ਨਾ ਝੂਰੇ, ਕਦੀ ਵੀ ਚਿੰਤਾ ਨਹੀਂ ਉਹ ਮਨੁੱਖ ਕਰਦਾ ਜਿਹਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਂਦਾ। ਜਿਹੜਾ ਪਰਮੇਸ਼ਰ ਨੂੰ ਸਿਮਰਦਾ ਉਹਨੂੰ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਵਿਆਪਦੀ। ਪ੍ਰਭ ਕੈ ਸਿਮਰਨ ਹਰਿ ਗੁਣ ਬਾਣੀ, ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਆ ਉਹ ਹਰੀ ਦੇ ਗੁਣਾਂ ਵਾਲੀ ਬਾਣੀ ਜਿਹੜੀ ਆ ਉਹਨਾਂ ਨੂੰ ਉਚਾਰਦੇ ਆ। ਪਰਮੇਸ਼ਰ ਦੀ ਸਿਫਤ ਸਲਾਹ ਦੀ ਬਾਣੀ, ਉਹ ਹਰੀ ਦਾ ਸਿਮਰਨ ਵੀ ਕਰਦੇ ਆ ਤੇ ਬਾਣੀ ਵੀ ਪੜ੍ਹਦੇ ਆ, ਵਿਚਾਰਦੇ ਆ ਬਾਣੀ ਨੂੰ ਵਿਚਾਰ ਕੇ ਹਿਰਦੇ 'ਚ ਵਸਾਉਂਦੇ ਆ ਗੁਰੂ ਦੀ ਬਾਣੀ ਨੂੰ। ਪ੍ਰਭ ਕੈ ਸਿਮਰਨ ਹਰਿ ਗੁਣ ਬਾਣੀ, ਹਰੀ ਦੀ ਬਾਣੀ ਜਿਹੜੀ ਆ, ਹਰੀ ਪਰਮੇਸ਼ਰ ਦੀ ਬਾਣੀ ਜਿਹੜੀ ਆ ਉਹਨੂੰ ਵਿਚਾਰ ਕੇ ਹਿਰਦੇ 'ਚ ਵਸਾਉਂਦੇ ਆ। ਪ੍ਰਭ ਕੈ ਸਿਮਰਨ ਹਰਿ ਗੁਣ ਬਾਣੀ, ਬਾਣੀ ਨਹੀਂ ਨਾਣਾ ਨਹੀਂ ਪੜ੍ਹਨਾ, ਬਾਣੀ ਪੜ੍ਹਨਾ, ਨਬਾਨੀ ਨੰਨਾ ਲੱਗਾ ਹੋਇਆ, ਸ਼ਬਦ ਨੰਨਾ ਹੈ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪਰਮੇਸ਼ਰ ਦੇ ਸਿਮਰਨ ਦੇ ਨਾਲ ਮਨੁੱਖ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸਹਿਜ ਅਵਸਥਾ ਦੇ ਵਿੱਚ ਵਿਚਰਦਾ ਹੈ, ਸਹਿਜ ਅਵਸਥਾ 'ਚ ਮਨੁੱਖ ਸਮਾ ਜਾਂਦਾ ਹੈ, ਉਹਦੇ ਜੀਵਨ 'ਚ ਸਹਿਜ ਆ ਜਾਂਦਾ ਜਿਹੜਾ ਪਰਮੇਸ਼ਰ ਨੂੰ ਸਿਮਰਦਾ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਫਿਰ ਉਹਦਾ ਮਨ ਇੱਕ ਜਗ੍ਹਾ ਦੇ ਉੱਤੇ ਸਦੀਵੀ ਟਿਕ ਜਾਂਦਾ ਹੈ, ਡੋਲਦਾ ਨਹੀਂ ਹੈ। ਨਿਹਚਲ ਦਾ ਅਰਥ ਹੈ ਨਾ ਡੋਲਣ ਵਾਲਾ। ਨਿਹਚਲ ਆਸਨ, ਉਹਦਾ ਮਨੁੱਖ ਦਾ ਮਨ ਐਸਾ ਹੈ ਜਿਹੜਾ ਇੱਕ ਜਗ੍ਹਾ ਤੇ ਟਿਕ ਜਾਂਦਾ ਪਰਮੇਸ਼ਰ ਦੇ ਸਿਮਰਨ ਦੇ ਵਿੱਚ। ਫਿਰ ਉਹ ਨਿਹਚਲ ਹੋ ਜਾਂਦਾ ਮਨੁੱਖ, ਫਿਰ ਵਿਕਾਰਾਂ ਵੱਲੋਂ ਨਹੀਂ ਭੱਜਦਾ, ਫਿਰ ਮਾਇਆ ਵੱਲੋਂ ਨਹੀਂ ਭੱਜਦਾ, ਟਿਕ ਜਾਂਦਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਫਿਰ ਉਹ ਸਿਰਫ ਸਤ ਸੰਗਤ ਵੱਲ ਨੂੰ ਭੱਜਦਾ ਹੈ, ਨਾਮ ਵੱਲ ਨੂੰ ਭੱਜਦਾ ਹੈ, ਬਾਣੀ ਵੱਲ ਨੂੰ ਭੱਜਦਾ ਹੈ। ਵਿਕਾਰਾਂ ਵੱਲ ਨੂੰ ਉਹਦੀ ਦੌੜ ਖਤਮ ਹੋ ਜਾਂਦੀ ਹੈ ਜਿਹੜਾ ਪਰਮੇਸ਼ਰ ਨੂੰ ਸਿਮਰਦਾ। ਪ੍ਰਭ ਕੈ ਸਿਮਰਨ ਕਮਲ ਬਿਗਾਸਣ, ਕਮਲ ਦਾ ਫੁੱਲ ਹੁੰਦਾ ਹੈ। ਵਿਗਾਸਣ ਭਾਵ ਖਿੜਨਾ। ਉਹਨਾਂ ਮਨੁੱਖਾਂ ਦਾ ਹਿਰਦਾ ਜਿਹੜਾ ਹੈ, ਜਿਹੜੇ ਸਿਮਰਨ ਕਰਦੇ ਆ, ਉਹਨਾਂ ਦਾ ਹਿਰਦਾ ਕਮਲ ਫੁੱਲ ਦੇ ਵਾਂਗ ਖਿੜ ਜਾਂਦਾ ਹੈ। ਵਿਗਾਸਣ ਖਿੜਨਾ, ਉਹਨਾਂ ਦਾ ਹਿਰਦਾ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ 'ਚ ਰਹਿੰਦਿਆਂ ਹੋਇਆ ਵੀ ਵਿਗਾਸ ਭਾਵ ਵਿਗਸਦਾ ਰਹਿੰਦਾ ਹੈ, ਖਿੜਦਾ ਰਹਿੰਦਾ ਹੈ, ਇਸੇ ਤਰ੍ਹਾਂ ਉਹ ਮਨੁੱਖ ਸੰਸਾਰ ਦੇ ਕਾਰਾਂ ਵਿਹਾਰਾਂ ਦੇ ਵਿੱਚ ਲੱਗੇ ਹੋਏ ਵੀ ਪਰਮੇਸ਼ਰ ਵੱਲ ਉਹਨਾਂ ਦਾ ਧਿਆਨ ਹੁੰਦਾ ਹੈ। ਪਰਮੇਸ਼ਰ ਵੱਲ ਨੂੰ ਉਹਨਾਂ ਦਾ ਧਿਆਨ ਰਹਿੰਦਾ। ਉਹ ਚਿੱਕੜ ਦੀ ਪਰਵਾਹ ਨਹੀਂ ਕਰਦੇ, ਦੁਨੀਆ ਦੀ ਪਰਵਾਹ ਨਹੀਂ ਕਰਦੇ, ਸਦਾ ਹੀ ਉਸ ਹਰੀ ਦੇ ਨਾਮ ਦੇ ਵਿੱਚ ਉਹ ਲੱਗੇ ਰਹਿੰਦੇ ਆ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਫਿਰ ਇੱਕ ਰਸ ਪਰਮੇਸ਼ਰ ਦੇ ਨਾਮ 'ਚ ਜੁੜ ਜਾਂਦੇ ਆ। ਅੰਦਰ ਉਹਨਾਂ ਦੇ ਅਨਹਦ ਝੁਨਕਾਰ ਭਾਵ ਅੰਦਰ ਦੀ ਇੱਕ ਤਾਰ ਖੜਕਣ ਲੱਗ ਪੈਂਦੀ ਹੈ ਪਰਮੇਸ਼ਰ ਦੇ ਨਾਮ ਦੀ। ਅੰਦਰ ਸਦਾ ਹੀ ਪਰਮੇਸ਼ਰ 'ਚ ਜੁੜਿਆ ਰਹਿੰਦਾ, ਰਸ ਬਣਿਆ ਰਹਿੰਦਾ, ਆਨੰਦ ਬਣਿਆ ਰਹਿੰਦਾ ਮਨ ਦੇ ਵਿੱਚ। ਮਨ ਸਦੀਵੀ ਤੌਰ ਤੇ ਜੁੜ ਜਾਂਦਾ ਹੈ ਪ੍ਰਭੂ ਦੇ ਨਾਲ, ਪਰਮੇਸ਼ਰ ਨਾਲ। ਅੰਦਰ ਜਿਵੇਂ ਅਨਹਦ ਨਾਦ ਵੱਜਦੇ ਆ ਨਾ, ਇਸ ਤਰ੍ਹਾਂ ਜਿਵੇਂ ਬਾਹਰ ਸਾਜ਼ ਵੱਜਦੇ ਹੋਣ, ਇਸ ਤਰ੍ਹਾਂ ਉਹਨਾਂ ਦੇ ਮਨ ਦੇ ਅੰਦਰ ਅਨਹਦ ਝੁਨਕਾਰਾਂ ਵੱਜਦੀਆਂ, ਤਾਰਾਂ ਖੜਕਦੀਆਂ ਹਨ ਅੰਦਰ। ਐਸਾ ਉਹਨਾਂ ਦਾ ਹਿਰਦਾ ਮਿੱਠੀ ਮਿੱਠੀ ਰਸੀਲੀ ਆਵਾਜ਼ ਦੇ ਨਾਲ ਭਰਿਆ ਰਹਿੰਦਾ ਹਰ ਵੇਲੇ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਤਿਗੁਰੂ ਕਹਿੰਦੇ ਆ, ਕਹਿੰਦੇ ਪਰਮੇਸ਼ਰ ਦੇ ਸਿਮਰਨ ਦਾ ਸੁਖ ਜਿਹੜਾ ਆ ਉਹਦਾ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਉਹ ਸੁਖ ਐਸਾ ਉਪਜਦਾ ਹੈ, ਕਦੇ ਨਹੀਂ ਖਤਮ ਹੁੰਦਾ। ਪ੍ਰਭੂ ਦੇ ਸਿਮਰਨ ਤੋਂ ਜਿਹੜਾ ਸੁਖ ਉਪਜਦਾ ਹੈ ਉਹ ਸਦੀਵੀ ਰਹਿੰਦਾ ਹੈ, ਕਦੀ ਵੀ ਖਤਮ ਨਹੀਂ ਹੁੰਦਾ। ਜਿਹੜਾ ਪ੍ਰਭੂ ਦੇ ਸਿਮਰਨ ਦੇ ਨਾਲ ਸੁਖ ਮਨੁੱਖ ਦੇ ਹਿਰਦੇ 'ਚ ਆਉਂਦਾ ਹੈ ਨਾ, ਉਹ ਕਦੀ ਖਤਮ ਹੋਣ ਵਾਲਾ ਨਹੀਂ ਹੈ। ਮਨੁੱਖ ਸਦੀਵੀ ਤੌਰ ਤੇ ਟਿਕ ਜਾਂਦਾ ਹੈ। ਇੰਨਾ ਆਨੰਦ ਆਉਂਦਾ, ਫਿਰ ਵਿਕਾਰਾਂ ਵੱਲ ਜਾਣ ਨੂੰ ਦਿਲ ਹੀ ਨਹੀਂ ਕਰਦਾ, ਧਿਆਨ ਹੀ ਨਹੀਂ ਉਸ ਪਾਸੇ ਨੂੰ ਜਾਂਦਾ। ਮਨੁੱਖ ਕਹਿੰਦਾ ਮੈਂ ਬਾਣੀ ਪੜ੍ਹਦਾ ਰਵਾਂ, ਸਿਮਰਨ ਕਰਦਾ ਰਵਾਂ ਹਰ ਵੇਲੇ। ਐਸਾ ਸੁੱਖ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ। ਇਹ ਬਹੁਤ ਵੱਡਾ ਸੁੱਖ ਹੈ ਜਿਹੜਾ ਜੀਵਨ ਦੇ ਵਿੱਚ ਆ ਜਾਂਦਾ ਹੈ। ਫਿਰ ਨਿੱਕੇ ਨਿੱਕੇ ਸੁੱਖਾਂ ਦੀ ਚਿੰਤਾ ਮਨੁੱਖ ਨਹੀਂ ਕਰਦਾ। ਇਸ ਸੁੱਖ ਦਾ ਅੰਤ ਨਾ ਪਾਰ, ਇਹ ਕਦੀ ਨਹੀਂ ਖਤਮ ਹੋ ਜਾਂਦਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿੰਨਾ ਸੁੱਖ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ, ਸਤਿਗੁਰ ਕਹਿੰਦੇ ਪਰ ਸਿਮਰਦੇ ਉਹ ਹਨ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਮਇਆ ਅਰਥ ਦਇਆ ਹੁੰਦੀ ਹੈ, ਮਿਹਰ ਹੁੰਦੀ ਹੈ। ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਆ, ਉਹੀ ਪਰਮੇਸ਼ਰ ਦਾ ਨਾਮ ਸਿਮਰਦੇ ਆ, ਉਹੀ ਵਾਹਿਗੁਰੂ ਨੂੰ ਸਿਮਰਦੇ ਆ। ਹੋਰ ਕੋਈ ਪਰਮੇਸ਼ਰ ਨੂੰ ਸਿਮਰ ਨਹੀਂ ਸਕਦਾ। ਨਾਨਕ ਤਿੰਨ ਜਨ ਸਰਣੀ ਪਿਆ, ਸਤਿਗੁਰ ਕਹਿੰਦੇ ਕਿ ਮੈਂ ਉਹਨਾਂ ਦੇ ਸਰਣੀ ਪੈਂਦਾ ਹਾਂ, ਭਾਵ ਉਹਨਾਂ ਦੇ ਚਰਨਾਂ 'ਚ ਪੈਂਦਾ ਹਾਂ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ, ਜਿਨ੍ਹਾਂ ਦੇ ਉੱਤੇ ਵਿਸ਼ੇਸ਼ ਕਿਰਪਾ ਪਰਮੇਸ਼ਰ ਦੀ।
ਸੋ ਸਿੱਖੋ ਆਪਾਂ ਵੀ ਉਸ ਦੇ ਚਰਨਾਂ ਵਿੱਚ ਪਈਏ ਜਿਹੜੇ ਮਨੁੱਖ ਸਿਮਰਦੇ ਆ। ਆਪਾਂ ਵੀ ਉਹਨਾਂ ਦੇ ਕੋਲ ਜਾਈਏ। ਨਾਨਕ ਤਿੰਨ ਜਨ ਸਰਣੀ ਪਾਇਆ, ਉਹਨਾਂ ਦੀ ਸਰਣੀ, ਉਹਨਾਂ ਦੇ ਕੋਲ, ਉਹਨਾਂ ਦੀ ਸੰਗਤ ਦੇ ਵਿੱਚ ਪੈਣਾ ਕਰੀਏ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਫਿਰ ਹਰੀ ਦੇ ਸਿਮਰਨ ਦੇ ਕੀ ਬਰਕਤਾਂ ਰਹੀਆਂ, ਕੀ ਹੋਣੀ ਪਰਮੇਸ਼ਰ ਦਾ ਸਿਮਰਨ ਦੇ ਸਿਧਾਂਤ ਹੈ। ਸਤਿਗੁਰੂ ਕਹਿੰਦੇ ਨਹੀਂ ਸਿੱਖੋ, ਪਰਮੇਸ਼ਰ ਦੇ ਸਿਮਰਨ ਦਾ ਸਿਧਾਂਤ ਹੁਣ ਤੋਂ ਨਹੀਂ ਹੈ। ਪਰਮੇਸ਼ਰ ਨੂੰ ਜਿਹੜਾ ਸਿਮਰਨਾ ਹੈ ਇਹ ਹੁਣ ਤੋਂ ਨਹੀਂ ਹੈ, ਇਹ ਸ਼ੁਰੂ ਤੋਂ ਹੀ ਹੈ। ਸਤਿਗੁਰੂ ਕਹਿੰਦੇ ਜਿੰਨੇ ਵੀ ਭਗਤ ਹੋਏ ਆ ਉਹ ਸਿਮਰਨ ਕਰਕੇ ਪ੍ਰਗਟ ਹੋਏ ਸੰਸਾਰ ਦੇ ਵਿੱਚ। ਸਿਮਰਨ ਕੀਤਾ ਉਹਨਾਂ ਨੇ ਤੇ ਤਾਂ ਉਹਨਾਂ ਦੀ ਉਪਾਸ਼ਨਾ ਸੰਸਾਰ ਕਰ ਰਿਹਾ, ਤਾਂ ਉਹਨਾਂ ਦੇ ਅੱਗੇ ਉਹਨਾਂ ਭਗਤਾਂ ਦੇ ਅੱਗੇ ਸੰਸਾਰ ਝੁਕਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰੀ ਦੇ ਸਿਮਰਨ ਦੇ ਨਾਲ ਸਾਰੇ ਭਗਤ ਜਿਹੜੇ ਪ੍ਰਗਟ ਹੋਏ ਆ, ਭਾਵ ਉਹਨਾਂ ਦਾ ਜਸ ਸੰਸਾਰ ਦੇ ਵਿੱਚ ਹੋਇਆ ਜਿਨ੍ਹਾਂ ਨੇ ਜਪਿਆ। ਹਰ ਸਿਮਰਨ ਲਗ ਵੇਦ ਉਪਾਏ। ਹਰੀ ਦੇ ਸਿਮਰਨ ਵਿੱਚ ਲੱਗ ਕੇ ਜਿਹੜੇ 4 ਵੇਦ ਹਨ ਉਹ ਸ੍ਰਿਸ਼ਟੀ ਦੇ ਵਿੱਚ ਹੋਂਦ ਵਿੱਚ ਆਏ ਆ। ਰਿਸ਼ੀ ਮੁਨੀ ਪਰਮੇਸ਼ਰ ਦਾ ਸਿਮਰਨ ਕਰਦੇ ਸੀ ਤੇ ਪਰਮੇਸ਼ਰ ਨੇ ਮੱਤ ਦਿੱਤੀ ਤੇ ਇਹ ਜਿਹੜੇ ਵੇਦ ਹਨ ਇਹ ਹੋਂਦ ਵਿੱਚ ਆਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਉਸ ਪਰਮੇਸ਼ਰ ਦੇ ਸਿਮਰਨ ਦੇ ਨਾਲ ਹੀ ਜਿੰਨੇ ਵੀ ਜਤੀ ਹਨ, ਸਿੱਧ ਹਨ, ਜਿਹੜੇ ਦਾਤੇ ਦਾਨ ਕਰਨ ਵਾਲੇ ਹਨ, ਉਹ ਸਾਰੇ ਹੀ ਪਰਮੇਸ਼ਰ ਦੇ ਸਿਮਰਨ ਦੇ ਨਾਲ ਪ੍ਰਗਟ ਹੋਏ ਆ। ਪਰਮੇਸ਼ਰ ਦੇ ਸਿਮਰਨ ਦੇ ਨਾਲ ਉਹਨਾਂ ਨੂੰ ਪ੍ਰਾਪਤੀ ਹੋਈ ਆ। ਜਿਹੜੇ ਸਿੱਧ ਜਤੀ ਦਾਤੇ, ਜਿਹੜੇ ਸਿੱਧ ਹਨ, ਜਿਹੜੇ ਜਤੀ ਹਨ, ਜਿਹੜੇ ਦਾਤੇ ਬਣ ਕੇ ਲੋਕਾਂ ਨੂੰ ਦਾਨ ਦਿੰਦੇ ਆ, ਇਹ ਸਾਰੇ ਸਿਮਰਨ ਕਰਕੇ ਹੀ ਪ੍ਰਗਟ ਪਏ ਆ। ਸਿਮਰਨ ਕਰਕੇ ਹੀ ਇਹਨਾਂ ਦਾ ਜਸ ਹੈ। ਹਰ ਸਿਮਰਨ ਨੀਚ ਚਾਹੋ ਕੁੰਟ ਜਾਤੇ। ਫਿਰ ਹਰੀ ਦੇ ਸਿਮਰਨ ਕਰਨ ਦੇ ਨਾਲ ਨੀਵੇਂ ਜੀਵਨ ਵਾਲੇ, ਜਿਨ੍ਹਾਂ ਨੂੰ ਨੀਵਾਂ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਸਮਾਜ ਨੇ ਕਹਿ ਦਿੱਤਾ ਸੀ ਤੁਸੀਂ ਪਰਮੇਸ਼ਰ ਨੂੰ ਸਿਮਰ ਨਹੀਂ ਸਕਦੇ, ਜਿਨ੍ਹਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਕਿ ਤੁਸੀਂ ਪਰਮੇਸ਼ਰ ਦਾ ਨਾਮ ਸੁਣ ਹੀ ਨਹੀਂ ਸਕਦੇ, ਜਿਨ੍ਹਾਂ ਦੀ ਜੀਭ ਕੱਟ ਦਿੱਤੀ ਜਾਂਦੀ ਸੀ ਕਿ ਤੁਸੀਂ ਪਰਮੇਸ਼ਰ ਦਾ ਨਾਮ ਬੋਲ ਹੀ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਉਹਨਾਂ ਨੇ ਜਦੋਂ ਜਪਿਆ ਨਾ ਇੱਕ ਮਨ ਹੋ ਕੇ, ਭਗਤ ਰਵਿਦਾਸ ਵਰਗਿਆਂ ਨੇ, ਭਗਤ ਨਾਮਦੇਵ ਵਰਗਿਆਂ ਨੇ, ਭਗਤ ਕਬੀਰ ਵਰਗਿਆਂ ਨੇ, ਤੇ ਉਹ ਫਿਰ 4 ਕੁੰਟਾਂ ਵਿੱਚ ਜਾਣੇ ਗਏ। ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਵਡਿਆਈ ਮਿਲੀ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ। ਹਰ ਸਿਮਰਨ ਨੀਚ ਚਾਹੋ ਕੁੰਟ ਜਾਂਤੇ। ਉਹ ਨੀਵੇਂ ਜਿਹੜੇ ਸਨ, ਜਿਨ੍ਹਾਂ ਨੂੰ ਸਮਾਜ ਨੀਵਾਂ ਕਹਿੰਦਾ ਸੀ, ਉਹ 4 ਕੁੰਟਾਂ ਵਿੱਚ ਜਾਣੇ ਗਏ। ਦੂਸਰਾ ਅਰਥ ਹਰ ਸਿਮਰਨ ਨੀਚ ਚਾਹੋ ਕੁੰਟ ਜਾਂਤੇ। ਨੀਚ ਨੀਵੇਂ ਜੀਵਨ ਵਾਲੇ, ਜਿਨ੍ਹਾਂ ਨੇ ਸਾਰੀ ਉਮਰ ਕਮਾਈ ਕੀਤੀ ਨਾ ਹੋਵੇ, ਜਿਨ੍ਹਾਂ ਨੇ ਸਾਰੀ ਉਮਰ ਵਿਕਾਰ ਹੀ ਕਮਾਏ ਹੋਣ, ਜਦੋਂ ਉਹ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਂਦੇ ਆ ਫਿਰ ਉਹਨਾਂ ਦਾ ਜਸ 4 ਕੁੰਟਾਂ ਦੇ ਵਿੱਚ ਹੋ ਜਾਂਦਾ। 4 ਕੁੰਟ ਭਾਵ 4 ਦਿਸ਼ਾਵਾਂ 'ਚ ਉਹਨਾਂ ਦਾ ਜਸ ਫੈਲ ਜਾਂਦਾ ਹੈ। ਜਿਹੜੇ ਮਨੁੱਖ ਮਾੜੇ ਜੀਵਨ ਵਾਲੇ ਹੁੰਦਿਆਂ ਹੋਇਆ ਵੀ ਉਸ ਮਾੜੇ ਨੀਚ ਜੀਵਨ 'ਚੋਂ ਨਿਕਲ ਕੇ ਪਰਮੇਸ਼ਰ ਨੂੰ ਯਾਦ ਕਰਦੇ। ਨੀਚ 4 ਕੁੰਟ ਜਾਤੇ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤੋ 4 ਕੁੰਟ ਮਾਨੇ। ਜਿਹਨੂੰ ਕੋਈ ਨਹੀਂ ਜਾਣਦਾ ਹੁੰਦਾ, ਉਹ ਨਾਮ ਜਪ ਕੇ 4 ਕੁੰਡਾਂ ਦੇ ਵਿੱਚ ਉਹਦਾ ਜਸ ਫੈਲਣ ਲੱਗ ਜਾਂਦਾ। ਹਰ ਸਿਮਰਨ ਧਾਰੀ ਸਭ ਧਰਨਾ। ਸਤਿਗੁਰ ਕਹਿੰਦੇ ਆ ਇਹ ਜਿਹੜੀ ਧਰਤੀ ਹੈ ਨਾ, ਇਹਨੂੰ ਆਸਰਾ ਸਿਮਰਨ ਨੇ ਦਿੱਤਾ ਹੋਇਆ ਹੈ। ਜਿਹੜੀ ਧਰਤੀ, ਧਰਨਾ ਦਾ ਅਰਥ ਹੈ ਧਰਤੀ। ਹਰ ਸਿਮਰਨ ਧਾਰੀ ਸਭ ਧਰਨਾ। ਸਿਮਰਨ ਨੇ ਟਿਕਾਈ ਹੋਈ ਹੈ ਸਾਰੀ ਧਰਤੀ। ਸਾਰੀ ਧਰਤੀ ਨੂੰ ਆਸਰਾ ਹਰੀ ਦੇ ਸਿਮਰਨ ਨੇ ਦਿੱਤਾ ਹੋਇਆ। ਹਰ ਸਿਮਰ ਸਿਮਰ ਹਰ ਕਾਰਨ ਕਰਨਾ। ਜਗਤ ਦੇ ਜਿੰਨੇ ਵੀ ਕਾਰਜ ਹਨ ਪਰਮੇਸ਼ਰ ਜਿਹੜਾ ਕਰ ਰਿਹਾ ਹੈ, ਉਹ ਸਿਮਰ ਸਿਮਰ ਹਰ ਕਾਰਨ ਕਰਨਾ। ਜਗਤ ਦਾ ਕਰਤਾ ਪ੍ਰਭੂ ਵਾਹਿਗੁਰੂ, ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ, ਜਿਹੜੇ ਸਾਰੇ ਆਕਾਰ ਬਣਾ ਰਿਹਾ। ਸਿਮਰ ਸਿਮਰ ਹਰ ਕਾਰਨ ਕਰਨਾ। ਉਸ ਕਾਰਨ ਕਰਨਾ ਜਿਹੜਾ ਕਾਰਨ ਵੀ ਹੈ ਸਾਡਾ ਬਣਾਉਣ ਦਾ, ਜਿਹਨੇ ਸਾਨੂੰ ਕਿਸੇ ਕਾਰਨ ਕਰਕੇ ਬਣਾਇਆ ਹੈ, ਤੇ ਜਿਹਨੇ ਸਾਨੂੰ ਬਣਾ ਦਿੱਤਾ ਕਰਨਾ, ਜਿਹਨੇ ਸਾਨੂੰ ਕੀਤਾ ਹੈ, ਬਣਾ ਦਿੱਤਾ ਹੈ, ਥਾਪ ਦਿੱਤਾ ਹੈ, ਉਸ ਪਰਮੇਸ਼ਰ ਨੂੰ ਸਿਮਰ ਸਿਮਰ ਹਰ। ਉਸ ਨੂੰ ਸਿਮਰ, ਸਦਾ ਹੀ ਸਿਮਰ ਉਸ ਹਰੀ ਨੂੰ। ਉਸ ਪਰਮੇਸ਼ਰ ਨੂੰ ਸਿਮਰਨਾ ਕਰ ਜਿਹਨੇ ਸਾਨੂੰ ਬਣਾਇਆ ਹੈ ਤੇ ਜਿਹੜਾ ਸਾਨੂੰ ਬਣਾ ਰਿਹਾ ਹੈ। ਹਰ ਸਿਮਰਨ ਕੀਓ ਸਗਲ ਆਕਾਰਾ। ਹਰੀ ਦੇ ਸਿਮਰਨ ਦੇ ਨਾਲ ਸਾਰਾ ਆਕਾਰ ਹੋਂਦ ਵਿੱਚ ਆਇਆ ਹੈ। ਜਿੰਨੀ ਸ੍ਰਿਸ਼ਟੀ ਬਣੀ ਹੈ, ਜਿੰਨੇ ਆਕਾਰ ਆਪਾਂ ਨੂੰ ਦਿਖਦੇ ਹਨ, ਇਹ ਸਾਰੇ ਹੀ ਆਕਾਰ ਪਰਮੇਸ਼ਰ ਦੇ ਸਿਮਰਨ ਦੁਆਰਾ ਹੋਂਦ ਵਿੱਚ ਆਏ। ਸਾਰੇ ਆਕਾਰ ਉਸ ਪਰਮੇਸ਼ਰ ਨੇ ਸਿਮਰਨ ਦੁਆਰਾ ਥਾਪੇ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰ। ਸਤਿਗੁਰ ਕਹਿੰਦੇ ਆ ਕਿ ਉਸ ਹਰੀ ਦੇ ਸਿਮਰਨ ਦੇ ਵਿੱਚ ਉਹ ਆਪ ਹਰੀ ਆਪ ਬੈਠਾ ਹੋਇਆ, ਨਿਰੰਕਾਰ ਆਪ ਬੈਠਾ ਹੋਇਆ ਸਿਮਰਨ ਦੇ ਵਿੱਚ। ਜਿਹੜਾ ਮਨੁੱਖ ਸਿਮਰਨ ਕਰਦਾ ਉਹ ਹਰੀ ਨੂੰ ਜਪਦਾ ਹੁੰਦਾ
ਤੇ ਹਰੀ ਉਹਦੇ ਹਿਰਦੇ ਦੇ ਅੰਦਰ ਬੈਠ ਜਾਂਦਾ ਹੈ। ਹਰ ਸਿਮਰਨ में ਆਪ ਨਿਰੰਕਾਰ, ਆਪ ਨਿਰੰਕਾਰ ਜਿਹੜਾ ਹੈ ਉਹ ਇਸ ਸਿਮਰਨ ਦੇ ਵਿੱਚ ਬੈਠਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਸਤਿਗੁਰ ਕਹਿੰਦੇ ਜਿਸ ਉੱਤੇ ਵਿਸ਼ੇਸ਼ ਕਿਰਪਾ ਹੁੰਦੀ ਹੈ ਨਾ ਪਰਮੇਸ਼ਰ ਦੀ, ਉਹਨੂੰ ਹੀ ਬੁਝਾਇਆ, ਭਾਵ ਉਹਨੂੰ ਹੀ ਸਮਝ ਲੱਗਦੀ ਹੈ ਸਿਮਰਨ ਦੀ, ਉਹਨੂੰ ਹੀ ਪਤਾ ਲੱਗਦਾ ਹੈ ਪ੍ਰਮਾਤਮਾ ਦਾ, ਉਹਨੂੰ ਹੀ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਕਿਰਪਾ ਹੁੰਦੀ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਤਿਗੁਰ ਕਹਿੰਦੇ ਆ ਕਿ ਜਿਹੜਿਆਂ ਮਨੁੱਖਾਂ ਨੇ ਗੁਰਮੁਖ, ਗੁਰੂ ਵੱਲ ਮੁਖ ਕਰਕੇ ਹਰ ਸਿਮਰਨ ਤਿਨ ਪਾਇਆ, ਉਹਨਾਂ ਨੂੰ ਹਰੀ ਸਿਮਰਨ ਪ੍ਰਾਪਤ ਹੋ ਗਿਆ ਜਿਨ੍ਹਾਂ ਨੇ ਗੁਰੂ ਵੱਲ ਨੂੰ ਮੁਖ ਕੀਤਾ, ਜਿਨ੍ਹਾਂ ਨੇ ਗੁਰੂ ਵੱਲ ਨੂੰ ਧਿਆਨ ਕੀਤਾ, ਜਿਹੜੇ ਗੁਰੂ ਦੀ ਸਰਨੀ ਪਏ, ਜਿਨ੍ਹਾਂ ਨੇ ਗੁਰੂਦੁਆਰੇ ਵੱਲ ਨੂੰ ਧਿਆਨ ਕੀਤਾ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਦਾਤ ਮੰਗੀ, ਜਿਨ੍ਹਾਂ ਨੇ ਗੁਰੂ ਦੇ ਕੋਲ ਅੱਗੇ ਆ ਕੇ ਨਿਭ ਗਏ ਕਿ ਮਹਾਰਾਜ ਸਾਡੇ ਜੀਵਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਸਿਮਰਨ ਨਾ ਕੀਤਾ। ਉਹਨਾਂ ਨੇ ਫਿਰ ਗੁਰੂ ਨੇ ਕਿਰਪਾ ਕੀਤੀ ਤੇ ਪਰਮੇਸ਼ਰ ਦਾ ਨਾਮ ਬਖਸ਼ਿਸ਼ ਕਰ ਦਿੱਤਾ। ਇਹ ਗੁਰੂ ਦੀ ਬੜੀ ਵੱਡੀ ਵਡਿਆਈ ਹੈ। ਕਿਰਪਾ ਉਹਨਾਂ ਤੇ ਹੁੰਦੀ ਹੈ ਜਿਨ੍ਹਾਂ ਨੂੰ ਗੁਰੂ ਮਿਲਦਾ ਹੈ, ਤੇ ਜਦੋਂ ਗੁਰੂ ਮਿਲ ਜਾਂਦਾ ਫਿਰ ਗੁਰੂ ਆਪੇ ਹੀ ਉਹ ਪਰਮੇਸ਼ਰ ਦਾ ਨਾਮ ਬਖਸ਼ ਦਿੰਦਾ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਨੂੰ ਹੋਵੇਗਾ, ਗੁਰਮੁਖ ਭਾਵ ਜਿਨ੍ਹਾਂ ਦਾ ਮੁੱਖ ਗੁਰੂ ਵੱਲ ਨੂੰ ਹੈ, ਹਰ ਸਿਮਰਨ ਤਿਨ ਪਾਇਆ, ਉਹਨਾਂ ਨੂੰ ਹਰੀ ਦੇ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਦਾ ਜੀਵਨ ਉੱਚਾ ਹੁੰਦਾ ਹੈ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਆ। ਸੋ ਸਾਧ ਸੰਗਤ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਜੋ ਵਾਹਿਗੁਰੂ ਸਤਿਗੁਰਾਂ ਦਾ ਅੱਜ ਜੋਤੀ ਜੋਤ ਪੁਰਬ ਹੈ, ਧੰਨ ਗੁਰੂ ਵਾਹਿਗੁਰੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਦੇ ਜੋਤੀ ਜੋਤ ਪੁਰਬ ਬਾਰੇ ਆਪਾਂ ਜਿਹੜੀ ਹੈ ਉਹ ਵਿਚਾਰ ਅੱਜ ਕਰਨੀ ਹੈ। ਸੋ ਸਤਿਗੁਰੂ ਕਿਰਪਾ ਕਰਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੱਚਾ ਜੀਵਨ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮਹਾਰਾਜ ਸਤਿਗੁਰੂ ਗੁਰੂ ਸਾਹਿਬ, ਗੁਰੂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਦੇ ਤਾਰਨਹਾਰ ਹੋ ਕਰਕੇ ਆਏ, ਨਿਰੰਕਾਰ ਦਾ ਰੂਪ ਹੋ ਕਰਕੇ ਸੰਸਾਰ ਤੇ ਆਏ। ਉਹਨਾਂ ਨੇ ਜੀਵਨ ਉਪਦੇਸ਼ ਦਿੱਤੇ ਸਿੱਖਾਂ ਨੂੰ, ਆਪਣੇ ਜੀਵਨ ਦੇ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਸਤਿਗੁਰਾਂ ਨੇ ਦ੍ਰਿੜ ਕਰਵਾਇਆ ਕਿ ਭਾਈ ਜੇ ਪਰਮੇਸ਼ਰ ਨੂੰ ਮਿਲਣਾ ਹੈ ਤੇ ਤੈਨੂੰ ਆਹ ਜੀਵਨ ਦੇ ਵਿੱਚ ਗੱਲਾਂ ਲੈ ਕੇ ਆਉਣੀਆਂ ਪੈਣੀਆਂ, ਗੁਣਾਂ ਦੇ ਧਾਰਨੀ ਹੋਣਾ ਪੈਣਾ ਹੈ, ਗੁਣਾਂ ਤੋਂ ਬਿਨਾਂ ਤੈਨੂੰ ਕੁਛ ਵੀ ਪ੍ਰਾਪਤ ਨਹੀਂ ਹੋਣਾ, ਤੇ ਜੇ ਗੁਣ ਪਰਮੇਸ਼ਰ ਦੇ ਹਿਰਦੇ 'ਚ ਵਸਾਏਗਾ ਤੇ ਤੇਰਾ ਭਲਾ ਹੋਵੇਗਾ, ਉਂਝ ਤੇਰਾ ਭਲਾ ਜਿਹੜਾ ਹੈ ਉਹ ਕਦੀ ਨਹੀਂ ਹੋਣਾ। ਇਹ ਸਤਿਗੁਰਾਂ ਨੇ ਦਾਤ ਬਖਸ਼ਿਸ਼ ਕੀਤੀ, ਸਿੱਖਾਂ ਨੂੰ ਉਪਦੇਸ਼ ਦਿੱਤਾ। ਅਖੀਰਲਾ ਸਮਾਂ ਜਿਹੜਾ ਹੈ ਸਤਿਗੁਰਾਂ ਨੇ ਧੰਨ ਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਬਿਤਾਇਆ ਹੈ। ਇਸ ਜਗ੍ਹਾ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰ ਛਤਰ ਫਰਾਇਆ, ਆਪਣੇ ਜਿਉਂਦਿਆਂ ਜੀ ਭਾਈ ਲਹਿਣਾ ਜੀ ਨੂੰ ਵਡਿਆਈ ਦਿੱਤੀ ਹੈ। ਉਹਨਾਂ ਦੇ ਸੀਸ ਉੱਤੇ ਸਤਿਗੁਰਾਂ ਨੇ ਜਿਹੜਾ ਹੈ ਗੁਰਿਆਈ ਦਾ ਛਤਰ ਫਰਾ ਦਿੱਤਾ ਹੈ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੋਤੀ ਜੋ ਸਮਾਏ ਆ ਕਰਤਾਰਪੁਰ ਦੀ ਧਰਤੀ ਦੇ ਉੱਤੇ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਸਤਿਗੁਰਾਂ ਦੀ ਜਿਹੜੀ ਕੁੱਲ ਉਮਰ ਹੈ ਉਹ 70 ਸਾਲ ਦੇ ਕਰੀਬ ਬਣਦੀ ਹੈ। 70 ਸਾਲ 5 ਮਹੀਨੇ ਦੇ ਕਰੀਬ ਸਤਿਗੁਰਾਂ ਦੀ ਜਿਹੜੀ ਹੈ ਉਮਰ ਬਣਦੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਤੇ ਸਤਿਗੁਰੂ ਇਸ ਜਗ੍ਹਾ ਦੇ ਉੱਤੇ ਜੋਤੀ ਜੋ ਸਮਾਏ ਆ ਸੰਮਤ 1596 ਚ, ਭਾਵ ਈਸਵੀ ਸਨ ਜਿਹੜੀ ਹੈ ਉਹ 1539 ਅੱਜ ਦੇ ਦਿਨ ਸਤਿਗੁਰੂ ਜੋਤੀ ਜੋ ਸਮਾਏ ਆ। ਤੇ ਇੱਥੇ ਥੋੜਾ ਜਿਹਾ ਵਿਵਾਦ ਵੀ ਹੈ, ਉਹ ਵੀ ਆਪਾਂ ਥੋੜੀ ਚਰਚਾ ਕਰਕੇ ਅੱਗੇ ਚੱਲਦੇ ਹਾਂ। ਵਲਾਇਤ ਵਾਲੀ ਜਿਹੜੀ ਜਨਮ ਸਾਖੀ ਹੈ ਸਾਧ ਸੰਗਤ, ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਇਹ ਜਨਮ ਸਾਖੀਆਂ ਮਿਲਦੀਆਂ ਹੈ ਬਹੁਤ, ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ। ਉਹਨਾਂ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਜਦੋਂ ਸਤਿਗੁਰਾਂ ਦਾ ਅਖੀਰਲਾ ਸਮਾਂ ਆਇਆ, ਜੋਤੀ ਜੋ ਸਮਾਏ ਹਨ ਸਤਿਗੁਰੂ, ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦ ਜੋਤੀ ਜੋ ਸਮਾ ਗਏ ਆ ਤੇ ਹਿੰਦੂਆਂ ਤੇ ਮੁਸਲਮਾਨਾਂ ਦਾ ਝਗੜਾ ਹੋਇਆ ਹੈ। ਤੇ ਮੁਸਲਮਾਨ ਕਹਿੰਦੇ ਆ ਕਿ ਅਸੀਂ ਦਬਾਉਣਾ ਹੈ, ਸਾਡੇ ਪੀਰ ਸਨ, ਤੇ ਜਿਹੜੇ ਹਿੰਦੂ ਸਿੱਖ ਸਨ ਉਹ ਕਹਿੰਦੇ ਕਿ ਅਸੀਂ ਸਤਿਗੁਰਾਂ ਦਾ ਸੰਸਕਾਰ ਕਰਨਾ ਹੈ, ਉਹ ਸਾਡੇ ਗੁਰੂ ਸਨ। ਪਰ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਸਨ। ਤੇ ਫਿਰ ਉਸ ਤੋਂ ਬਾਅਦ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਵੀ ਇਹੋ ਗੱਲ ਲਿਖੀ ਹੈ ਵਾਹਿਗੁਰੂ। ਭਾਈ ਬਾਲੇ ਵਾਲੀ ਜਨਮ ਸਾਖੀ 'ਚ ਮੁਸਲਮਾਨਾਂ ਦੇ ਝਗੜੇ ਵਾਲਾ ਬਿਰਤਾਂਤ ਨਹੀਂ ਮਿਲਦਾ। ਭਾਈ ਬਾਲੇ ਵਾਲੀ ਜਨਮ ਸਾਖੀ 'ਚ
ਜਿਹੜੀਆਂ ਇਹ ਦੋ ਜਨਮ ਸਾਖੀਆਂ ਹਨ, ਵਲਾਇਤ ਵਾਲੀ ਤੇ ਭਾਈ ਮਨੀ ਸਿੰਘ ਵਾਲੀ, ਇਹਦੇ ਵਿੱਚ ਇਹ ਗੱਲ ਲਿਖੀ ਹੈ। ਤੇ ਇਹ ਜਿਹੜੀ ਗੱਲ ਆ ਨਾ, ਇਹ ਜਦੋਂ ਭਗਤ ਕਬੀਰ ਜੀ ਦਾ ਦੇਹਾਂਤ ਹੋਇਆ, ਜਦੋਂ ਭਗਤ ਕਬੀਰ ਜੀ ਦਾ ਅਖੀਰਲਾ ਸਮਾਂ ਸੀ, ਉਹਨਾਂ ਦੇ ਵੇਲੇ ਵੀ ਇਹੋ ਸੇਮ ਹੀ ਝਗੜਾ ਜਿਹੜਾ ਲਿਖਿਆ ਗਿਆ। ਸੋ ਹੋ ਸਕਦਾ ਹੈ ਕਿ ਭੁਲੇਖੇ ਦੇ ਨਾਲ ਜਾਂ ਕਿਸੇ ਖਾਸ ਉਸ ਸਮੇਂ ਜਾਣਕਾਰੀ ਨਾ ਹੋਣ ਕਰਕੇ ਕਿਸੇ ਨੇ ਇਹ ਗੱਲ ਲਿਖ ਦਿੱਤੀ ਹੋਵੇ, ਪਰ ਵੇਖਿਆ ਜਾਵੇ ਤੇ ਸੰਸਕਾਰ ਕਰਨ ਦਾ ਹੱਕ ਪਰਿਵਾਰ ਨੂੰ ਹੁੰਦਾ ਹੈ। ਤੇ ਉਸ ਸਮੇਂ ਮਾਤਾ ਸੁਲੱਖਣੀ ਜੀ ਵੀ ਸਨ, ਤੇ ਸ਼੍ਰੀ ਚੰਦ ਜੀ ਵੀ, ਤੇ ਬਾਬਾ ਲਖਮੀ ਦਾਸ ਵੀ ਸਨ ਉਸ ਸਮੇਂ ਮੌਜੂਦ। ਤੇ ਇਹ ਗੱਲ ਕਿਰਪਾਲ ਸਿੰਘ ਇਤਿਹਾਸਕਾਰ ਨੇ ਲਿਖੀ ਹੈ ਕਿ ਉਹਨਾਂ ਦਾ ਝਗੜਾ ਜਿਹੜਾ ਸੰਭਵ ਨਹੀਂ ਜਾਪਦਾ, ਕਿਉਂਕਿ ਪਰਿਵਾਰ ਦੇ ਕੋਲ ਹੱਕ ਹੁੰਦੇ ਆ, ਤੇ ਜ਼ਰੂਰ ਸਤਿਗੁਰਾਂ ਨੂੰ ਜਿਹੜਾ ਸੰਸਕਾਰਿਆ ਗਿਆ ਹੋਵੇਗਾ ਉਸ ਸਮੇਂ। ਤੇ ਹੋ ਸਕਦਾ ਹੈ ਕਿ ਜਿਹੜੇ ਮੁਸਲਮਾਨ ਹੋਣ ਉਹਨਾਂ ਨੇ ਗੱਲ ਕਹੀ ਹੋਵੇ ਕਿ ਸਾਨੂੰ ਵੀ ਕੋਈ ਨਿਸ਼ਾਨੀ ਦਿਓ, ਅਸੀਂ ਵੀ ਸਤਿਗੁਰਾਂ ਦੀ ਜਿਹੜੀ ਹੈ ਨਿਸ਼ਾਨੀ ਰੱਖਣੀ ਚਾਹੁੰਦੇ ਹਾਂ। ਤੇ ਹੋ ਸਕਦਾ ਪਰਿਵਾਰ ਨੇ ਸਤਿਗੁਰਾਂ ਦੇ ਕੁਝ ਵਸਤਰ ਜਾਂ ਕੁਝ ਐਸੀਆਂ ਵਸਤੂਆਂ ਸਤਿਗੁਰਾਂ ਦੀਆਂ ਦੇ ਦਿੱਤੀਆਂ ਹੋਣ, ਜਿਹੜੀਆਂ ਇਹਨਾਂ ਮੁਸਲਮਾਨਾਂ ਵੀਰਾਂ ਨੇ ਦਬਾ ਦਿੱਤੀਆਂ, ਤੇ ਉਹ ਜਗ੍ਹਾ ਦੇ ਉੱਤੇ ਮਜ਼ਾਰ ਜਿਹੜੀ ਉਹ ਬਣਾ ਲਈ। ਤੇ ਇਸ ਤਰ੍ਹਾਂ ਦੋ ਜਗ੍ਹਾ ਦੇ ਉੱਤੇ ਇੱਕ ਮਜ਼ਾਰ ਬਣ ਗਈ ਹੈ, ਇੱਕ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਸਥਾਨ ਬਣ ਗਿਆ ਜੋਤੀ ਜੋਤ ਦਾ। ਸੋ ਇਸ ਤਰ੍ਹਾਂ ਫਿਰ ਸਤਿਗੁਰਾਂ ਨੇ ਜੋਤੀ ਜੋਤ ਸਤਿਗੁਰੂ ਸਮਾਏ ਆ। ਤੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹੀ ਗੱਲ ਲਿਖੀ ਹੈ ਕਿ ਜਿਹੜਾ ਇਹਨਾਂ ਦਾ ਆਪਸ ਵਿਵਾਦ ਹੋਇਆ, ਤੇ ਫਿਰ ਸਤਿਗੁਰਾਂ ਨੂੰ ਜਿਹੜਾ ਹੈ ਉਹ ਕਬਰ ਬਣਾ ਕੇ ਦਫਨਾਉਣ ਦੀ ਗੱਲ ਹੋਈ, ਤੇ ਹਿੰਦੂਆਂ ਨੇ ਸੰਸਕਾਰ ਕਰਨ ਦੀ ਗੱਲ ਕੀਤੀ, ਪਰ ਸਤਿਗੁਰਾਂ ਨੇ ਜਿਹੜਾ ਸੀ ਉਹ ਕਹਿੰਦੇ ਕਿ ਅਲੋਪ ਹੋ ਗਏ। ਉਹਨਾਂ ਦੀ ਚਾਦਰ ਜਿਹੜੀ ਸੀ ਸਰੀਰ ਵਾਲੀ, ਉਹਨੂੰ ਅੱਧਾ ਅੱਧਾ ਕਰਕੇ ਵੰਡ ਕੇ ਤੇ ਦਬਾ ਦਿੱਤਾ ਗਿਆ ਇੱਕ ਪਾਸੇ, ਤੇ ਦੂਸਰੇ ਨੇ ਜਿਹੜਾ ਸੀ ਉਹ ਸੰਸਕਾਰ ਕਰ ਦਿੱਤਾ। ਪਰ ਇੱਥੇ ਵੀ ਇਹ ਵਿਚਾਰਨਯੋਗ ਗੱਲ ਜ਼ਰੂਰ ਹੈ ਕਿ ਪਰਿਵਾਰ ਨੇ ਜ਼ਰੂਰ ਸਤਿਗੁਰਾਂ ਨੂੰ ਜਿਹੜਾ ਸੰਸਕਾਰਿਆ ਹੋਏਗਾ। ਅਜੋਕੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਤੇ ਸਿੱਖਾਂ ਦੇ ਵਿੱਚ ਲੜਾਈਆਂ ਝਗੜੇ ਪੈਦਾ ਕੀਤੇ ਜਾ ਰਹੇ ਆ। ਇਹ ਵਿਸ਼ਾ ਸਮਝਣ ਦਾ ਹੈ, ਇਹ ਵਿਸ਼ਾ ਝਗੜੇ ਵਾਲਾ ਨਹੀਂ ਹੈ, ਕਿਉਂਕਿ ਗੁਰੂ ਗਲਤੀ ਨਹੀਂ ਕਰ ਸਕਦਾ। ਹਾਂ, ਸਿੱਖਾਂ ਦੇ ਵਿੱਚ ਜ਼ਰੂਰ ਗਲਤੀ ਹੋ ਸਕਦੀ ਹੈ, ਕਿਉਂਕਿ ਗੁਰੂ ਜਿਹੜਾ ਅਭੁੱਲ ਗੁਰੂ ਕਰਤਾਰ ਹੁੰਦਾ ਹੈ। ਤੇ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਇਹ ਸਾਖੀਆਂ ਲਿਖੀਆਂ ਹੋਣ, ਉਹਨਾਂ ਨੇ ਕਿਸੇ ਭੁਲੇਖੇ ਦੇ ਤਹਿਤ ਇਹ ਗੱਲਾਂ ਲਿਖ ਦਿੱਤੀਆਂ ਹੋਣ, ਪਰ ਇੰਨਾ ਜ਼ਰੂਰ ਹੈ ਕਿ ਸਤਿਗੁਰਾਂ ਨੂੰ ਉਸ ਰਾਵੀ ਦੇ ਕੰਢੇ ਦੇ ਉੱਤੇ ਹੀ ਸਤਿਗੁਰਾਂ ਦਾ ਸੰਸਕਾਰ ਕੀਤਾ ਹੋਇਆ ਗਿਆ ਹੋਵੇਗਾ। ਉਸ ਜਗ੍ਹਾ ਦੇ ਉੱਤੇ ਹੀ ਪਰਿਵਾਰ ਨੇ ਜਿਹੜਾ ਹੈ ਇਹ ਸਾਰਾ ਕੁਝ ਕੀਤਾ, ਰਾਵੀ ਦੇ ਕੰਢੇ ਦੇ ਉੱਤੇ। ਫਿਰ ਉਸ ਜਗ੍ਹਾ ਦੇ ਉੱਤੇ ਜਿਹੜੀ ਹੈ ਇਮਾਰਤ ਬਣਾਈ ਗਈ, ਕਰਤਾਰਪੁਰ ਨਗਰ ਵਸਿਆ ਹੋਇਆ ਸੀ, ਸੁੰਦਰ ਇਮਾਰਤ ਜਿਹੜੀ ਉਹ ਬਣਾਈ ਗਈ। ਇਸ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਜੋਤੀ ਜੋਤ ਪੁਰਬ ਸਾਰੀ ਸੰਗਤ ਜਿਹੜੀ ਆ ਉਹ ਅੱਜ ਦੇ ਦਿਨ ਮਨਾ ਰਹੀ ਹੈ। ਜੋ ਸਤਿਗੁਰਾਂ ਦਾ ਇਹ ਜੋਤੀ ਜੋਤ ਦਿਵਸ ਹੈ, ਸਿੱਖਿਆ ਸਾਨੂੰ ਸਤਿਗੁਰਾਂ ਦੇ ਜੀਵਨ ਤੋਂ ਇਹੀ ਮਿਲਦੀ ਹੈ ਕਿ ਭਾਈ ਜੀਵਨ ਦੇ ਵਿੱਚ ਜੇ ਚੰਗੇ ਕਰਮ ਕਰੋਗੇ ਤੇ ਤੁਹਾਡਾ ਵੀ ਭਲਾ ਹੈ, ਪਰਿਵਾਰ ਦਾ ਵੀ ਭਲਾ ਹੈ। ਨਾਮ ਸਿਮਰਨ ਕਰੋਗੇ, ਤੁਹਾਡਾ ਵੀ ਭਲਾ ਹੈ, ਪਰਿਵਾਰ ਦਾ ਵੀ ਭਲਾ ਹੈ। ਪਰ ਜੇ ਆਪਣੇ ਜੀਵਨ ਦੇ ਵਿੱਚੋਂ ਵਿਕਾਰ ਨਾ ਕੱਢੇ, ਆਪਣੇ ਜੀਵਨ ਦੇ ਵਿੱਚ ਚੰਗੇ ਗੁਣ ਨਾ ਅਪਣਾਏ, ਤੇ ਸੰਸਾਰ ਦੇ ਵਿੱਚ ਵੀ ਤੁਹਾਡੇ ਮੂੰਹ ਕਾਲੇ ਹੋਣਗੇ, ਤੇ ਜਦੋਂ ਜਾਵਾਂਗੇ ਤੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਮੂੰਹ ਨਹੀਂ ਦਿੱਤਾ ਜਾਣਾ, ਕਿਉਂਕਿ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਵਾਸਤੇ ਆਪਾਂ ਸੰਸਾਰ ਤੇ ਆਏ ਹਾਂ। ਸੋ ਇਸ ਤਰ੍ਹਾਂ ਸਤਿਗੁਰਾਂ ਨੇ ਬੜੇ ਭਲੇ ਦਾ ਉਪਦੇਸ਼ ਦਿੱਤਾ ਹੈ। ਸਤਿਗੁਰਾਂ ਨੇ 4 ਉਦਾਸੀਆਂ ਵੀ ਕੀਤੀਆਂ ਹਨ, ਜਗ੍ਹਾ ਜਗ੍ਹਾ ਤੇ ਗਏ ਆ। ਹਰ ਜਿਸ ਜਗ੍ਹਾ ਤੇ ਜਾਂਦੇ ਉਸ ਜਗ੍ਹਾ ਦੀ ਵਿਸ਼ੇਸ਼ ਵੇਸ਼ਭੂਸ਼ਾ ਬਣਾ ਕੇ ਸਤਿਗੁਰੂ ਜਾਂਦੇ ਆ, ਤਾਂ ਕਿ ਲੋਕ ਵੱਧ ਉਹਨਾਂ ਦੇ ਕੋਲ ਇਕੱਠੇ ਹੋਣ। ਅਲੱਗ ਜਿਹਾ ਭੇਸ਼ ਕਿਸੇ ਦਾ ਹੋਵੇ ਤੇ ਲੋਕ ਵੱਧ ਇਕੱਠੇ ਹੁੰਦੇ ਆ, ਤੇ ਸਤਿਗੁਰੂ ਉਸੇ ਤਰ੍ਹਾਂ ਦਾ ਭੇਸ਼ ਬਣਾ ਕੇ ਜਾਂਦੇ ਆ, ਤੇ ਲੋਕ ਸਤਿਗੁਰਾਂ ਦੇ ਦੁਆਲੇ ਇਕੱਠੇ ਹੋ ਜਾਂਦੇ ਆ ਕਿ ਇਹ ਕੌਣ ਪੁਰਖ ਆਇਆ ਹੈ, ਇਹ ਕੈਸਾ ਪੁਰਖ ਹੈ ਜਿਹਨੇ ਆਣ ਕੇ ਇਹ ਸਾਰਾ ਕੁਝ ਕੀਤਾ ਹੈ। ਸੋ ਇਸ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਸੀ ਬੜਾ ਮਹਾਨ ਜੀਵਨ ਹੈ। ਮੱਕੇ ਤੱਕ ਦੀ ਯਾਤਰਾ ਸਤਿਗੁਰਾਂ ਨੇ ਕੀਤੀ ਹੈ, ਉੱਥੋਂ ਦੇ ਕਾਜ਼ੀਆਂ ਬੁਲਾਣਿਆਂ ਨੂੰ ਉਪਦੇਸ਼ ਦਿੱਤਾ ਹੈ, ਫਿਰ ਜਗਨਨਾਥ ਦੇ ਪੰਡਤਾਂ ਨੂੰ ਉਪਦੇਸ਼ ਦਿੱਤਾ ਹੈ। ਕੁਰੂਕਸ਼ੇਤਰ ਦਾ ਨਾਨੂ ਪੰਡਤ ਹੋਇਆ ਇੱਕ, ਉਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਹੀ ਜਗਤ ਦਾ ਨਾਨਕ ਆ, ਕਿਉਂਕਿ ਇਹਨੇ ਕਿਤੇ ਪੁਰਾਣਾਂ ਦੇ ਵਿੱਚੋਂ ਵੇਦਾਂ 'ਚ ਪੜ੍ਹਿਆ ਸੀ ਕਿ ਨਾਨਕ ਇੱਕ ਆਏਗਾ ਜਿਹੜਾ ਜਗਤ ਨੂੰ ਤਾਰਨ ਵਾਸਤੇ। ਇਹਨੇ ਕਿਹਾ ਸੀ ਮੈਂ ਹੀ ਨਾਨਕ ਆ। ਪਰ ਸਤਿਗੁਰਾਂ ਨੇ ਜਦੋਂ ਇਹਨੂੰ ਸਮਝਾਇਆ, ਇਹਦੇ ਨਾਲ ਵਿਚਾਰ ਚਰਚਾ ਕੀਤੀ, ਇਹ ਵੀ ਆਪਣੇ ਸਾਰੇ ਗ੍ਰੰਥ ਸਤਿਗੁਰਾਂ ਦੇ ਹਜ਼ੂਰ ਰੱਖ ਕੇ ਇਹਨੇ ਵੀ ਮੱਥਾ ਟੇਕਿਆ। ਹੋਰ ਕਈ ਤਰ੍ਹਾਂ ਦੇ ਕਰਮ ਕਾਂਡਾਂ ਨੂੰ ਸਤਿਗੁਰਾਂ ਨੇ ਜਿਹੜਾ ਹੈ ਉਹ ਖਤਮ ਕੀਤਾ ਹੈ। ਫਿਰ ਅਖੀਰਲਾ ਸਮਾਂ ਸਤਿਗੁਰਾਂ ਨੇ ਇਹ ਕਰਤਾਰਪੁਰ ਦੀ ਧਰਤੀ ਤੇ ਜਾ ਕੇ ਆਪਣਾ ਬਤੀਤ ਕੀਤਾ ਹੈ। ਇਸ ਜਗ੍ਹਾ ਦੇ ਉੱਤੇ ਫਿਰ ਸਤਿਗੁਰਾਂ ਨੇ ਉਪਦੇਸ਼ ਦ੍ਰਿੜ ਕਰਾਇਆ ਸਿੱਖਾਂ ਨੂੰ। ਕਈ ਤਰ੍ਹਾਂ ਦੇ ਪੰਡਤ, ਕਾਜੀ, ਮੁਲਾਣੇ, ਬੜੇ ਤਰ੍ਹਾਂ ਦੇ ਲੋਕ ਸਤਿਗੁਰਾਂ ਦੇ ਕੋਲ ਆਉਂਦੇ ਆ। ਸਤਿਗੁਰੂ ਸਭ ਨੂੰ ਸਿੱਖੀ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਆ, ਆਪਣਾ ਮੱਤ ਰੱਖਦੇ, ਭਾਈ ਸਾਡਾ ਇਹ ਮੱਤ ਹੈ,
ਅਸੀਂ ਨਾਮ ਸਿਮਰਨ ਕਰਾਉਨੇ ਆ। ਨਾਮ ਸਿਮਰਨ ਦੇ ਨਾਲ ਭਲਾ ਹੁੰਦਾ ਹੈ, ਜੀਵਨ ਦੇ ਵਿੱਚ ਦੁੱਖ ਸੁੱਖ ਖਤਮ ਹੁੰਦੇ ਹਨ। ਜਿਵੇਂ ਆਪਾਂ ਹੁਣ ਸੁਖਮਨੀ ਸਾਹਿਬ 'ਚ ਪੜ੍ਹਿਆ, ਤੇ ਭਾਈ ਤੁਸੀਂ ਵੀ ਨਾਮ ਜਪੋ, ਤੁਹਾਡਾ ਵੀ ਕਲਿਆਣ ਹੋਵੇਗਾ। ਭੇਖ ਬਣਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਵੀ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਸਿੱਧਾ ਨੇ ਕਿ ਜਿਹੜਾ ਨਾਨਕ ਭੇਖ ਬਣਾ ਕੇ ਉਦਾਸੀ ਦੀ ਜਿਹਨੇ ਰੀਤ ਚਲਾ ਦਿੱਤੀ ਸੀ, ਉਹ ਹੁਣ ਸੰਸਾਰੀ ਪਹਿਨ ਸੰਸਾਰੀ ਕੱਪੜੇ, ਉਹ ਸੰਸਾਰੀ ਕੱਪੜੇ ਪਹਿਨ ਕੇ ਫਿਰ ਇੱਥੇ ਖੇਤੀਬਾੜੀ ਕਰਨ ਲੱਗ ਪਿਆ। ਤੇ ਸਤਿਗੁਰਾਂ ਨੇ ਕਿਹਾ ਸੀ ਕਿਸੇ ਵਿਸ਼ੇਸ਼ ਭੇਖ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਪਰਮੇਸ਼ਰ ਦੀ ਪ੍ਰਾਪਤੀ ਹੈ ਚੰਗੇ ਗੁਣਾਂ ਕਰਕੇ, ਚੰਗੇ ਕਰਮਾਂ ਕਰਕੇ, ਪਰਉਪਕਾਰ ਕਰਕੇ, ਨਾਮ ਸਿਮਰਨ ਕਰਕੇ, ਕਿਰਤ ਕਰਕੇ ਜਿਹੜੀ ਹੈ ਮਨੁੱਖ ਦਾ ਕਲਿਆਣ ਹੈ। ਇਸ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਆਪ ਵੀ ਕਿਰਤ ਕੀਤੀ ਹੈ, ਖੇਤੀਬਾੜੀ ਕਰਕੇ, ਤੇ ਆਪ ਸਿੱਖਾਂ ਨੂੰ ਵੀ ਸਿਖਾਇਆ ਕਿ ਭਾਈ ਇਸ ਤਰ੍ਹਾਂ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਛਕਣਾ ਹੈ। ਸੋ ਸਾਡਾ ਵੀ ਸਤਿਗੁਰਾਂ ਦੇ ਜੀਵਨ ਤੋਂ ਇਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਆਪਣੇ ਜੀਵਨ 'ਚ ਜੇ ਅੱਗੇ ਵਧਣਾ ਹੈ ਤੇ ਸਤਿਗੁਰਾਂ ਦਾ ਉਪਦੇਸ਼ ਜਿਹੜਾ ਦ੍ਰਿੜ ਕਰੀਏ, ਨਾਮ ਜਪਿਆ ਕਰੀਏ, ਬਾਣੀ ਪੜ੍ਹਿਆ ਕਰੀਏ, ਪਰਉਪਕਾਰੀ ਜੀਵਨ ਜੀਆ ਕਰੀਏ, ਰਾਗ ਦੁੱਖ ਦਵੈਕ ਈਰਸ਼ਾ ਜਿਹੜੀ ਉਹਨੂੰ ਖਤਮ ਕਰਕੇ ਆਪਣੇ ਮਨ ਦੇ ਵਿੱਚੋਂ ਸਭਨਾਂ ਨਾਲ ਸਾਂਝੀ ਵਾਲਤਾ ਦੀ ਸਾਂਝ ਪਾਈਏ, ਹਰ ਕਿਸੇ ਨਾਲ ਪਿਆਰ ਦੇ ਨਾਲ ਬੋਲੀਏ, ਮਿੱਠ ਬੋਲੀਏ ਤੇ ਸਭ ਦੇ ਨਾਲ ਰਲ ਕੇ ਰਹੀਏ। ਸਾਰਿਆਂ ਦਾ ਭਲਾ ਹੋਵੇਗਾ, ਸਾਡਾ ਵੀ ਜੀਵਨ ਚੰਗਾ ਹੋਵੇਗਾ, ਸਭ ਦਾ ਜੀਵਨ ਚੰਗਾ ਹੋਵੇਗਾ। ਸੋ ਇਹ ਸਤਿਗੁਰਾਂ ਦਾ ਪਾਵਨ ਉਪਦੇਸ਼ ਸਾਡੇ ਹਿਰਦੇ 'ਚ ਵਸੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਜੇ ਆਪ ਜੀ ਦਾ ਕੋਈ ਸਵਾਲ ਹੈ ਤੇ ਆਪਣਾ ਮਾਈਕ ਔਨ ਕਰਕੇ ਆਪ ਜੀ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ, ਵਾਹਿਗੁਰੂ ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ, ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਅੰਮ੍ਰਿਤ ਵੇਲੇ ਦੀ ਸਵੇਰ ਦੀ ਕਲਾਸ ਦੇ ਵਿੱਚ ਸਿੱਖਾਂ ਦੀ ਭਗਤਮਾਲਾ ਚੱਲ ਰਹੀ ਹੈ, ਕਰੀਬ 2 ਪੌੜੀਆਂ ਰਹਿ ਗਈਆਂ ਹਨ। ਉਸ ਤੋਂ ਬਾਅਦ ਕੀ ਵਿਸ਼ਾ ਚਲਾਉਣਾ ਹੈ ਉਹ ਆਪਾਂ ਵਿਚਾਰ ਕਰਕੇ ਦੇਖ ਲਵਾਂਗੇ, ਇਤਿਹਾਸ ਦਾ ਹੀ ਕੋਈ ਵਿਸ਼ਾ ਛੋਵਾਂਗੇ। ਤੇ ਸ਼ਾਮ ਦੀ ਕਲਾਸ ਇਸੇ ਤਰ੍ਹਾਂ ਸੰਥਿਆ ਦੀ ਚੱਲੇਗੀ। ਸੁਖਮਨੀ ਸਾਹਿਬ ਦੀ ਸੰਥਿਆ ਪਹਿਲੀ ਅਸ਼ਟਪਦੀ ਆਪਾਂ ਅੱਜ ਸੰਪੂਰਨ ਕਰ ਲਈ, ਕੱਲ ਨੂੰ ਦੂਸਰਾ ਸ਼ਲੋਕ ਤੇ ਅਸ਼ਟਪਦੀ ਆਰੰਭ ਕਰਨੀ ਹੈ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।